ਰੇਡੀਓ ਇੰਡੀਆ KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਦੂਸਰੇ ਪੜਾਅ ਦੇ ਵਿੱਚ ਹਾਰਦਿਕ ਸਵਾਗਤ। ਮੇਰੇ ਯਾਨੀ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 9191 604 592 9191। ਪ੍ਰੋਗਰਾਮ ਪੰਜਾਬੀ ਆਵਾਜ਼ ਦੀ ਵਿਧੀਵਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ, ਫਿਰ ਪੜਾਅ ਦਰ ਪੜਾਅ ਅੱਗੇ ਵਧਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਪੜਾਅ ਦੇ ਵਿੱਚ। ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ ਸਰ। ਡਾਕਟਰ ਸਾਹਿਬ, ਅਸੀਂ ਸਭ ਤੋਂ ਪਹਿਲੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਹੈ ਕਿ ਇੱਕ ਸਰਵੇ ਹੋਇਆ ਜੀ ਕੈਨੇਡਾ ਦੇ ਵਿੱਚ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਕਿਹੜਾ ਪ੍ਰਧਾਨ ਮੰਤਰੀ ਸਭ ਤੋਂ ਵਧੀਆ ਰਿਹਾ ਤੇ ਕਿਹੜਾ ਸਭ ਤੋਂ ਮਾੜਾ ਰਿਹਾ। ਨਤੀਜੇ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਜੀ। ਇਹ ਬੜਾ ਦਿਲਚਸਪ ਸਰਵੇ ਸੀ। ਇਹਨਾਂ ਨੇ ਦੋ ਸਿੰਬੋਲਿਕਲੀ ਦੋ ਪ੍ਰਾਈਮ ਮਿਨਿਸਟਰ ਦੀ ਪੀਰੀਅਡ ਦਾ ਕੰਪੈਰੀਜ਼ਨ, ਉਹਨਾਂ ਦੇ ਵਿਚਕਾਰ ਕਿੰਨੇ ਹੋਰ ਵੀ ਪ੍ਰਾਈਮ ਮਿਨਿਸਟਰ ਆਏ ਆ ਜੀ ਜੀ। ਉਹ ਸੀ ਕਿ ਜਸਟਨ ਟਰੂਡੋ ਦੇ ਪਿਤਾ ਜੀ ਪੀਅਰ ਐਲੀਅਟ ਟਰੂਡੋ 1968 ਦੇ ਵਿੱਚ ਪ੍ਰਾਈਮ ਮਿਨਿਸਟਰ ਬਣੇ ਆ ਤੇ ਇਹ ਹੁਣ ਸਾਡੇ ਪ੍ਰਾਈਮ ਮਿਨਿਸਟਰ ਹੈਗੇ ਆ ਜੀ। ਤੇ ਉਹਨਾਂ ਨੇ 55 ਸਾਲ ਦਾ ਪੀਰੀਅਡ ਰੱਖਿਆ ਹੈ ਕਿ ਪਿਛਲੇ 55 ਸਾਲਾਂ ਦੇ ਵਿੱਚ ਜਿੰਨੇ ਵੀ ਪ੍ਰਾਈਮ ਮਿਨਿਸਟਰ ਪੀਅਰ ਐਲੀਅਟ ਟਰੂਡੋ ਤੋਂ ਸ਼ੁਰੂ ਹੋ ਕੇ ਜੀ ਜਸਟਨ ਟਰੂਡੋ ਤੱਕ ਆਏ ਆ, ਵੀ ਇਹਨਾਂ ਦੇ ਵਿੱਚੋਂ ਦੱਸੋ ਸਾਨੂੰ ਕਿ ਵਧੀਆ ਸਭ ਤੋਂ ਚੰਗੇ ਕਿਹੜੇ ਆ ਤੇ ਸਭ ਤੋਂ ਮਾੜੇ ਕਿਹੜੇ ਆ ਜੀ। ਤੇ ਇਹ ਬੜਾ ਬਹੁਤ ਹੀ ਦਿਲਚਸਪ ਗੱਲ ਇਹ ਆ ਕਿ ਸਭ ਤੋਂ ਚੰਗਾ ਪ੍ਰਾਈਮ ਮਿਨਿਸਟਰ ਜਿਹੜਾ ਆ ਉਹ ਉਹਨਾਂ ਨੇ ਕਿਹਾ ਕਿ ਪੀਅਰ ਐਲੀਅਟ ਟਰੂਡੋ ਸੀ ਜੀ, ਤੇ ਸਭ ਤੋਂ ਮਾੜਾ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਜੀ। ਇੱਕੋ ਪਰਿਵਾਰ 'ਚ ਦੋਵੇਂ ਤਗਮੇ ਰਹਿ ਗਏ। ਤੁਸੀਂ ਦੇਖੋ ਦੋ ਚੀਜ਼ਾਂ ਹੋ ਗਈਆਂ। ਤੇ ਦੂਸਰੇ ਨੰਬਰ ਦੀ ਬੜੀ ਦਿਲਚਸਪ ਗੱਲ ਹੈ ਜੀ। ਇਸ ਤੋਂ ਪਹਿਲਾਂ ਇਹਨਾਂ ਤੋਂ ਸਟੀਫਨ ਹਾਰਪਰ ਸਾਡੇ ਪ੍ਰਾਈਮ ਮਿਨਿਸਟਰ ਹੁੰਦੇ ਸੀ, ਤੇ ਸਟੀਫਨ ਹਾਰਪਰ ਨੂੰ ਉਹਨਾਂ ਨੇ ਚੰਗਿਆਂ ਦੇ ਵਿੱਚ ਵੀ ਦੂਜੇ ਨੰਬਰ ਤੇ ਰੱਖਿਆ ਤੇ ਸਭ ਤੋਂ ਮਾੜਿਆਂ 'ਚ ਵੀ ਦੂਜੇ ਨੰਬਰ ਤੇ ਰੱਖਿਆ ਜੀ। ਹਾਲਾਂਕਿ ਚੰਗੇ ਕਹਿੰਦੇ 17% ਨੇ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਬਾਕੀ ਪ੍ਰਾਈਮ ਮਿਨਿਸਟਰ ਦੇ ਹਿਸਾਬ ਨਾਲ ਦੇਖਦੇ ਆ ਤਾਂ ਇਹ ਚੰਗੇ ਪ੍ਰਾਈਮ ਮਿਨਿਸਟਰ ਜੀ। ਤੇ ਫਿਰ ਹੈਰਾਨੀ ਦੀ ਗੱਲ ਹੈ ਉਹੀ ਬੰਦੇ 18% ਕਹਿੰਦੇ ਨਹੀਂ ਇਹ ਮਾੜੇ ਵੀ ਬਹੁਤ ਸੀ। ਮਤਲਬ ਦੋਏ ਰਾਵਾਂ ਉਹਨਾਂ ਦੀਆਂ ਜੀ। ਤੇ ਤੀਜੇ ਨੰਬਰ ਵਾਲਿਆਂ ਦੀ ਜੌਂਕ ਰਚੀਆਂ ਉਧਰੋਂ ਕਿਮ ਕੈਂਪਬਲ ਕੈਨੇਡਾ ਦੀ ਹਿਸਟਰੀ ਦੇ ਵਿੱਚ ਇੱਕੋ ਹੀ ਫੀਮੇਲ ਜਿਹਨੂੰ ਅਸੀਂ ਔਰਤ ਪ੍ਰਾਈਮ ਮਿਨਿਸਟਰ ਇੱਕੋ ਹੀ ਹੋਈ ਆ। ਉਹ ਵੀ ਉਸ ਵੇਲੇ ਜਦੋਂ ਬ੍ਰਾਇਨ ਮਰੂਨੀ ਨੇ ਪ੍ਰਾਈਮ ਮਿਨਿਸਟਰ ਨੇ ਸਾਡੇ ਨੇ ਰਿਜ਼ਾਈਨ ਕੀਤਾ ਤੇ ਪਾਰਟੀ ਦੀ ਲੀਡਰਸ਼ਿਪ ਉਹਨਾਂ ਨੇ ਜਿੱਤ ਲਈ, ਤੇ ਉਸ ਤੋਂ ਬਾਅਦ ਬੇਸਿਕਲੀ ਇਲੈਕਸ਼ਨ ਹੀ ਆ ਗਈ 1993 ਦੀ ਜੀ। ਤੇ ਉਹਨਾਂ ਨੂੰ ਬਹੁਤਾ ਸਮਾਂ ਨਹੀਂ ਮਿਲਿਆ ਵੀ ਜੋ ਆਪਣੀ ਪ੍ਰਾਈਮ ਮਿਨਿਸਟਰਸ਼ਿਪ ਗੱਦੀ ਤੇ ਬੈਠਣ ਦਾ ਉਹਦਾ ਘੱਟੋ ਘੱਟ ਮੁਲਾਂਕਣ ਕੀਤਾ ਜਾ ਸਕੇ। ਮੁਲਾਂਕਣ ਵਾਲਾ ਸਮਾਂ ਹੈ ਨਹੀਂ ਸੀ। ਉਹ ਪਤਾ ਨਹੀਂ ਕਿਉਂ ਲੋਕਾਂ ਨੇ ਇੰਨੀ ਮਾੜੀ ਸਮਝਿਆ ਉਹਨੂੰ ਕਿਉਂਕਿ ਉਹਨਾਂ ਨੇ ਤਾਂ ਕੈਂਪੇਨ ਹੀ ਕੀਤਾ ਬੇਸਿਕਲੀ ਜੀ। ਕਿ ਕੈਂਪੇਨ ਉਹਨਾਂ ਨੇ ਬੜਾ ਪੂਅਰਲੀ ਕੀਤਾ, ਬਹੁਤ ਹੀ ਰੱਦੀ ਕਿਸਮ ਦਾ ਕੈਂਪੇਨ ਕੀਤਾ ਉਹਨਾਂ ਨੇ। ਜਿੱਦਾਂ ਕਈ ਲੀਡਰ ਹੁੰਦੇ ਨਾ ਛਾ ਜਾਂਦੇ ਆ ਤੇ ਕਈਆਂ ਦੇ ਕੋਈ ਜ਼ੁਬਾਨ ਖੁੱਲਦੀ ਨਹੀਂ ਆ, ਇਸ ਤਰ੍ਹਾਂ ਦਾ ਉਹਨਾਂ ਦਾ ਕੈਂਪੇਨ ਸੀ। ਉਹਨਾਂ ਨੇ ਪਾਰਟੀ ਜਿਹੜੀ ਇੱਕ ਮੈਜੋਰਟੀ ਪਾਰਟੀ ਹੋਵੇ ਇੱਕ ਜ਼ਮਾਨੇ 'ਚ 88 ਚੋਂ ਮੈਜੋਰਟੀ ਜਿੱਤੇ ਆ, ਤੇ ਕੈਂਪਬਲ ਦੇ ਅੰਡਰ ਉਹਨਾਂ ਨੇ ਸਿਰਫ 2 ਹੀ ਸੀਟਾਂ ਜਿੱਤੀਆਂ ਤੇ ਆਪਣੀ ਖੁਦ ਦੀ ਸੀਟ ਵੀ ਹਾਰ ਗਏ ਉਹ। ਸੋ ਉਹਨਾਂ ਨੂੰ ਸਭ ਤੋਂ ਵਰਸਟ ਪ੍ਰਾਈਮ ਮਿਨਿਸਟਰ ਗਿਣਿਆ ਜਾਂਦਾ ਜੀ। ਕੁਝ ਸਾਲ ਪਹਿਲਾਂ ਦੀ ਗੱਲ ਆ, ਇੱਕ ਪੂਰਾ ਸਰਵੇ ਕਰਾਇਆ ਸੀ ਉਦੋਂ। ਉਹ ਇਸ ਕਰਕੇ ਕਰਾਇਆ ਸੀ ਜਦੋਂ 150 ਸਾਲ ਹੋਏ ਆ ਕੈਨੇਡਾ ਨੂੰ ਆਜ਼ਾਦ ਹੋਇਆ। ਨਹੀਂ ਕੈਨੇਡਾ ਦਾ ਜਨਮ ਹੋਇਆ, ਚਲੋ 1867 ਤੋਂ ਜੀ 2017 ਤਾਈਂ ਜੀ। ਤੇ ਉਹਦੇ ਵਿੱਚ ਸਾਰੇ ਪ੍ਰਾਈਮ ਮਿਨਿਸਟਰ ਸੀ। ਉਹਨਾਂ ਨੇ ਕਿਹਾ ਵੀ ਜਿੰਨੇ ਤੁਸੀਂ
ਜਿੰਨੇ ਵੀ ਪ੍ਰਾਈਮ ਮਿਨਿਸਟਰ ਹੋਏ ਆ ਸਾਡੇ, ਜੀ ਉਹਨਾਂ ਦੇ ਵਿੱਚੋਂ ਕਹੋਗੇ ਸਭ ਤੋਂ ਚੰਗਾ, ਉਹਨਾਂ ਨੇ ਮਾੜਾ ਨਹੀਂ ਕਿਹਾ ਸੀ, ਇੱਕੋ ਹੀ ਸਰਵੇ ਕਰਾਇਆ ਸੀ ਕਿ ਸਭ ਤੋਂ ਚੰਗਾ ਤੁਹਾਨੂੰ ਪ੍ਰਾਈਮ ਮਿਨਿਸਟਰ ਕਿਹੜਾ ਲੱਗਦਾ। ਤਾਂ ਉਹਦੇ ਵਿੱਚ ਵੀ ਉਹ ਸਾਰੇ 150 ਦੇ ਸਾਲਾਂ ਦਾ ਪੀਅਰ ਐਲੀਅਟ ਟਰੂਡੋ ਜਿਹੜੇ ਆ, ਜਸਟਿਨ ਟਰੂਡੋ ਦੇ ਬਾਪ ਜੀ, ਇਹ ਸਭ ਤੋਂ ਚੰਗੇ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਆਏ ਸੀ ਉਸ ਸਰਵੇ ਦੇ ਵਿੱਚ ਜੀ। ਅੱਛਾ, ਹੁਣ ਬਹੁਤ ਸਾਰੇ ਵੈਸਟਰਨ ਕੈਨੇਡਾ ਦੇ ਵਿੱਚ ਇਹਨਾਂ ਨੂੰ ਬੜੀ ਨਫ਼ਰਤ ਵੀ ਕਰਦੇ ਹੁੰਦੇ ਸੀ ਕਿ ਜੀ ਇਹ ਸਾਨੂੰ ਕੁਛ ਨਹੀਂ ਦਿੰਦੇ, ਇਹਨਾਂ ਦੇ ਬੰਦੇ ਨਹੀਂ ਚੁਣ ਹੁੰਦੇ, ਤਾਂ ਨਹੀਂ ਚੁਣ ਹੁੰਦੇ ਕਿਉਂਕਿ ਇਹ ਸਾਨੂੰ ਚੰਗਾ ਬੰਦਾ ਹੀ ਨਹੀਂ ਸਮਝਦੇ। ਅੱਛਾ, ਉਹ ਕਿਊਬੇਕ ਵਾਲੇ ਵੀ ਉਹਨਾਂ ਨੂੰ ਬਹੁਤ, ਦੋ ਹੀ ਸੀ ਰਾਵੇਂ ਉਹਨਾਂ ਦੀਆਂ, ਵੀ ਜਾਂ ਤਾਂ ਬਹੁਤ ਉਹਨਾਂ ਦੇ ਭਗਤ ਸੀ ਤੇ ਜਾਂ ਬਿਲਕੁਲ ਨਫ਼ਰਤ ਕਰਨ ਵਾਲੇ। ਆਪ ਖੁਦ ਵਿਚਾਲੇ ਕੋਈ ਨਹੀਂ, ਵਿੱਚ ਵਿਚਾਲੇ ਵਾਲਾ ਕੋਈ ਨਹੀਂ ਸੀ ਉਹਨਾਂ ਦੇ। ਉਹ ਜਿੱਦਾਂ ਦੀ ਉਹ ਸਟੈਂਡ ਲੈਂਦੇ ਹੁੰਦੇ ਸੀ ਨਾ, ਉਹਨਾਂ ਨੇ ਕਦੇ ਗੋਲ ਮੋਲ ਨਹੀਂ ਗੱਲ ਕੀਤੀ ਜੀ, ਸਟੈਂਡ ਲੈਣਾ ਸਪਸ਼ਟ। ਤੇ ਇੱਕ ਵਾਰੀ ਉਹਨਾਂ ਨੇ ਕਿਹਾ ਵੀ ਸੀ ਵੀ ਮੈਂ ਕੋਈ ਸਰਵੇ ਨਹੀਂ ਕਰਾ ਕੇ ਦੇਖਦਾ ਹੁੰਦਾ ਵੀ ਕਿਹੜੀ ਗੱਲ ਠੀਕ ਹੈ। ਉਹ ਤਾਂ ਕਹਿੰਦੇ ਮੈਂ ਤਾਂ ਦੇਖਦਾ ਨਾ ਮੈਨੂੰ ਕਿਹੜੀ ਗੱਲ ਚੰਗੀ ਲੱਗੀ ਹੈ, ਤੇ ਉਹ ਤੇ ਪਿੱਛੇ ਖੜ ਜਾਣਾ, ਚਾਹੇ ਗਲਤ ਹੋਵੇ ਚਾਹੇ ਠੀਕ ਹੋਵੇ, ਖੜ ਗਿਆ ਤੇ ਖੜ ਗਿਆ, ਬਸ ਖੜ ਗਏ। ਤੇ ਉਹ ਉਸ ਕਰਕੇ ਸ਼ਾਇਦ ਲੋਕਾਂ ਨੇ ਪਸੰਦ ਵੀ ਕੀਤਾ ਵੀ ਜਿੱਦਾਂ ਅੜ ਗਏ। ਉਹਨਾਂ ਨੇ ਕਿਹਾ ਚਾਰਟਰ ਆਫ ਰਾਈਟਸ ਐਂਡ ਫਰੀडम्स, ਇੱਥੇ ਸਾਡਾ ਸੰਵਿਧਾਨ ਜਿਹੜਾ ਸਾਡੇ ਇੰਗਲੈਂਡ 'ਚ ਨਹੀਂ ਪਿਆ ਹੋਣਾ ਚਾਹੀਦਾ, ਕੈਨੇਡਾ ਦੇ ਵਿੱਚ ਹੋਣਾ ਚਾਹੀਦਾ। ਉਹਨਾਂ ਨੇ ਕੈਨੇਡਾ ਦੇ ਵਿੱਚ ਲਿਆਂਦਾ ਤੇ ਉਹਦੇ ਵਿੱਚ ਜਿਹੜੇ ਆ ਸਾਡੀਆਂ ਫਰੀडम्स, ਸਾਡੀਆਂ ਲਿਬਰਟੀਜ਼ ਉਹਦੇ ਵਿੱਚ ਪਾਈਆਂ। ਫਿਰ ਹਾਲਾਂਕਿ ਉਹਨਾਂ ਨੇ ਬਹੁਤਾ ਜ਼ਿਕਰ ਨਹੀਂ ਕੀਤਾ ਕਦੇ ਮਲਟੀਕਲਚਰਲਿਜ਼ਮ ਦਾ, ਇਹ ਉਹਨਾਂ ਦੀ ਪਾਲਿਸੀ ਹੈ ਜਿਹੜੀ ਉਹ ਲੈ ਕੇ ਆਏ ਸੀ ਜੀ। ਬਹੁਤ ਸੱਭਿਆਚਾਰਕ ਪੰਜਾਬੀ ਜਿਹਨੂੰ ਕਹਿੰਦੇ ਆ, ਮਲਟੀਕਲਚਰਲਿਜ਼ਮ ਉਹਨਾਂ ਦੀ ਪਾਲਿਸੀ ਸੀ ਜੀ। ਸੋ ਇਸ ਕਰਕੇ ਉਹਨਾਂ ਦੀ ਸ਼ਾਇਦ ਛਵੀ ਇਦਾਂ ਦੀ ਰਹੀ ਹੈ ਕਿ ਉਹ ਬੜੇ ਤਕੜੇ। ਤੇ ਇੱਕ ਉਹਨਾਂ ਦੀ ਬਹੁਤ ਜਿਹੜੀ ਤੁਸੀਂ ਕਹ ਲਓ ਕਿ ਐਕੈਡੈਮਿਕ ਵੀ ਉਹਨਾਂ ਦੀ ਪ੍ਰਸ਼ੰਸਾ ਕਰਦੇ ਹੁੰਦੇ ਆ। ਪਲੇਟੋ ਗੱਲ ਕਰਦਾ ਹੁੰਦਾ ਸੀ ਰਿਪਬਲਿਕ ਦੇ ਵਿੱਚ ਕਿ ਇੱਕ ਫਿਲਾਸਫਰ ਕਿੰਗ ਹੋਣਾ ਚਾਹੀਦਾ ਜੀ। ਉਹਨਾਂ ਨੇ ਆਰਗੂ ਕੀਤਾ, ਉਹ ਕਹਿੰਦੇ ਵੀ ਇੱਕ ਤਾਂ ਉਹ ਪੜ੍ਹਿਆ ਲਿਖਿਆ ਹੋਣਾ ਚਾਹੀਦਾ, ਉਹਨੂੰ ਅਕੈਡਮੀ ਦੇ ਵਿੱਚ ਪੜ੍ਹਾਈ ਲਿਖਾਈ ਕਰਾਉਣੀ ਚਾਹੀਦੀ ਆ ਵੀ ਜਿਹਨੂੰ ਸਭ ਕੁਝ ਪਤਾ ਹੋਵੇ ਜੀ। ਤਾਂ ਦੂਸਰਾ ਉਹਨੂੰ ਆਈਸੋਲੇਟ ਕੀਤਾ ਜਾਣਾ ਚਾਹੀਦਾ, ਕਿਉਂਕਿ ਅਸੀਂ ਜਿਹੜੀਆਂ ਆਪਣੀਆਂ ਪ੍ਰੈਜੁਡਿਸ, ਇਹਨੂੰ ਪੰਜਾਬੀ ਕੀ ਕਹਿੰਦੇ ਹੁੰਦੇ ਆ, ਜਦੋਂ ਅਸੀਂ ਕਹਿੰਦੇ ਆ ਕਿ ਫਲਾਨੀ ਜਾਤ ਦੇ ਬੰਦੇ ਮਾੜੇ ਆ, ਫਲਾਨੇ ਧਰਮ ਦੇ ਬੰਦੇ ਮਾੜੇ ਆ, ਫਲਾਨੇ ਇਲਾਕੇ ਦੇ ਬੰਦੇ ਮਾੜੇ ਆ ਜੀ, ਇਹ ਸਾਡੇ ਜਿਹੜੀਆਂ ਦਿਮਾਗ ਦੇ ਵਿੱਚ ਗੱਲਾਂ ਆਉਂਦੀਆਂ ਨਾ, ਇਹ ਸਮਾਜ ਦੇ ਵਿੱਚ ਰਹਿ ਕੇ ਆਉਂਦੀਆਂ। ਜੋ ਬੱਚਾ ਜੋ ਜੰਮਦਾ ਆ ਜੀ, ਉਹ ਜੋ ਬੋਲੀ ਸਿੱਖਦਾ ਆ, ਉਸ ਵੇਲੇ ਤਾਂ ਉਹ ਕੋਈ ਨਾਲ ਪੈਕੇਜ ਤਾਂ ਲੈ ਕੇ ਨਹੀਂ ਆਇਆ। ਜਿਹੜਾ ਜੰਮਿਆ ਆ ਉਹਨੇ ਇਹ ਤਾਂ ਨਹੀਂ ਕਿਹਾ ਵੀ ਫਰੀਦਕੋਟ ਵਾਲੇ ਬੰਦੇ ਮਾੜੇ ਹੀ ਹੁੰਦੇ, ਉਹ ਤਾਂ ਸੱਚਾ ਸੁੱਚਾ ਬੱਚਾ ਜੰਮਿਆ। ਅਸੀਂ ਉਹਨੂੰ ਪਰਿਵਾਰ ਚ ਪਾਲ ਕੇ, ਸਮਾਜ ਚ ਪਾ ਕੇ ਅਲੱਗ ਥਲੱਗ ਕਰ ਦਿੰਦੇ ਆ, ਉਹਦੇ ਜਿੰਨੀ ਵੀ ਨਫ਼ਰਤ ਪੈਦਾ ਹੁੰਦੀ ਆ ਉਹਦੇ ਮਨ ਚ ਪੈਦਾ ਕਰ ਦਿੰਦੇ ਅਸੀਂ। ਤੇ ਉਹ ਕਹਿੰਦਾ ਸੀ ਪਲੇਟੋ ਦਾ, ਕਹਿੰਦਾ ਵੀ ਜਿਹੜੇ ਇਹ ਨਫ਼ਰਤ ਫਿਰ ਕਿੰਗ ਜਿਹੜੇ ਆ ਵੱਡੇ ਹੋ ਕੇ ਜੋ ਰਾਜੇ ਬਣਦੇ ਆ, ਇਹ ਵੈਸੇ ਹੀ ਇਹਨਾਂ ਦੀ ਮਨ ਦੇ ਵਿੱਚ ਹੀ ਰਹਿੰਦੀ ਆ, ਭਾਵੇਂ ਕਹਿਣ ਚਾਹੇ ਨਾ ਕਹਿਣ। ਤੇ ਉਹਨੂੰ ਕਹਿੰਦਾ ਸੀ ਵੀ ਅਵੋਇਡ ਕਰਨ ਲਈ ਨਾ ਸਾਨੂੰ ਇੱਕ ਫਿਲਾਸਫਰ ਕਿੰਗ ਦੀ ਲੋੜ ਹੈ ਜੀ। ਫਿਲਾਸਫਰ ਕਿੰਗ ਜਿਹੜਾ ਅਕੈਡਮੀ ਦੇ ਵਿੱਚ ਟ੍ਰੇਨ ਕੀਤਾ ਜਾਵੇ, ਜਿਹਨੂੰ ਪੜ੍ਹਾਈ ਲਿਖਾਈ ਕਰਾਈ ਜਾਵੇ, ਤੇ ਉਹ ਉਹਦੇ ਉਸ ਤਰ੍ਹਾਂ ਦਾ ਸਾਨੂੰ ਰੂਲਰ ਚਾਹੀਦਾ ਹੈ। ਤੇ ਬਹੁਤੇ ਐਕੈਡੈਮਿਕ ਇਹ ਸਮਝਦੇ ਵੀ ਚਲੋ ਇਹ ਪੀਅਰ ਐਲੀਅਟ ਟਰੂਡੋ ਨੂੰ ਆਈਸੋਲੇਟ ਤਾਂ ਨਹੀਂ ਹੋਇਆ, ਜਿਹੜੀਆਂ ਪ੍ਰੈਜੁਡਿਸਸ ਹੋਣੀਆਂ ਸੀ ਉਹ ਤਾਂ ਹੋਣੀਆਂ, ਪਰ ਪੜ੍ਹਿਆ ਬਹੁਤ ਸੀ, ਪੜ੍ਹੇ ਲਿਖੇ ਬੰਦੇ। ਔਰ ਇਹਨਾਂ ਨੂੰ ਰਿਕਰੂਟ ਵੀ ਇਸੇ ਕੀਤਾ ਸੀ ਪ੍ਰਾਈਮ ਮਿਨਿਸਟਰ ਪੀਅਰਸਨ ਨੇ। ਇਹਨਾਂ ਨੂੰ 3 ਵਾਈਜ਼ ਮੈਨ ਕਹਿੰਦੇ ਹੁੰਦੇ ਸੀ ਕਿਊਬੈਕ ਦੇ। ਜਦੋਂ ਆਪਣੀ ਪੋਲਿਟਿਕਸ ਦੇ ਵਿੱਚ ਆਉਣ ਤੋਂ ਪਹਿਲਾਂ ਨਾ ਜੀ ਇੱਕ ਨਾਂ ਹੁੰਦਾ ਸੀ ਕਿਊਬੈਕ ਦੀ ਸੁਸਾਇਟੀ ਦੇ ਵਿੱਚ, ਉਹਨਾਂ ਦੇ ਵਿੱਚੋਂ ਪੀਅਰ ਐਲੀਅਟ ਟਰੂਡੋ ਦਾ ਵੀ ਨਾਂ ਹੁੰਦਾ ਸੀ ਜੀ। ਇਹ ਉਹਨਾਂ ਬੁੱਧੀਜੀਵੀਆਂ ਦੇ ਵਿੱਚੋਂ ਸੀ ਜਿਹੜੇ ਆਰਗੂ ਕਰਦੇ ਹੁੰਦੇ ਸੀ ਵੀ ਕਿਊਬੈਕ ਨੂੰ ਸੈਪਰੇਟ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਜੀ। ਇਹ ਹੱਕ ਦੇ ਵਿੱਚ ਸੀ ਵੀ ਸਾਨੂੰ ਕੋਈ ਲੋੜ ਨਹੀਂ ਆ ਸੈਪਰੇਟ ਹੋਣ ਦੀ, ਜੇ ਅਸੀਂ ਇੱਥੇ ਹੀ ਰਹਿ ਕੇ ਬਾਈਲਿੰਗੁਅਲਿਜ਼ਮ ਹੋਏ, ਜਿੱਦਾਂ ਉਹਨਾਂ ਨੇ ਬਾਈਲਿੰਗੁਅਲਿਜ਼ਮ ਲੈ ਕੇ ਆਂਦਾ ਵੀ 2 ਭਾਸ਼ਾ ਹੋਣੀਆਂ ਚਾਹੀਦੀਆਂ। ਤੇ ਹੁਣ ਦੇਖ ਲਓ ਜਦੋਂ ਪੀਅਰ ਐਲੀਅਟ ਟਰੂਡੋ ਨੇ ਸ਼ੁਰੂ ਕੀਤਾ ਸੀ ਬਾਈਲਿੰਗੁਅਲਿਜ਼ਮ ਪ੍ਰੋਗਰਾਮ, ਉਸ ਵੇਲੇ ਸਾਡੇ ਟੌਪ ਇਸ਼ਲੌਨ ਜਿਹੜੇ ਬਿਊਰੋਕ੍ਰੇਸੀ ਦੇ ਵਿੱਚ, ਜਿੱਦਾਂ ਤੁਸੀਂ ਕਹ ਲਓ
ਸੈਕਟਰੀ ਲੈਵਲ ਦੇ, ਕੈਬਨਿਟ ਸੈਕਟਰੀ, ਡਾਇਰੈਕਟਰ ਜਨਰਲ, ਜੀ ਇਹਨਾਂ ਦੇ ਵਿੱਚ ਸਿਰਫ 2% ਫ੍ਰੈਂਚ ਹੁੰਦੇ ਸੀ ਉਸ ਵੇਲੇ, ਤੇ ਅੱਜ 40% ਆ ਜੀ ਉਹਨਾਂ ਦੀ ਦੇਣ ਆ ਇਸ ਗੱਲ ਦੇ ਵਿੱਚ। ਸੋ ਇੱਕ ਵਾਕਿਆ ਹੀ ਇੱਕ ਪੜ੍ਹੇ ਲਿਖੇ ਬੰਦੇ ਇਨਸਾਨ, ਤੇ ਇਹਨਾਂ ਦੇ ਜਿਹੜੇ ਬੇਟੇ ਆ ਡਿਗਰੀ ਤਾਂ ਉਹਨਾਂ ਨੂੰ ਵੀ ਕਰਾਈ ਆ, ਟੀਚਰ ਰਹੇ ਆ ਇਹਨਾਂ ਦੇ, ਟੀਚਰ ਡਰਾਮਾ ਟੀਚਰ ਹੁੰਦੇ ਸੀ। ਤੇ ਵੈਸੇ ਜੇ ਉਹਨਾਂ ਨਾਲ ਡਰਾਮੇ ਕਰੀ ਜਾਂਦੇ ਜਿਹੜੇ ਉਹਨਾਂ ਨਾਲ MP ਸਰਵ ਕਰਕੇ ਆਏ ਨਾ, ਜੀ ਜਿਹੜੇ ਕਮੇਟੀਆਂ 'ਚ ਬੈਠਦੇ ਸੀ, ਉਹ ਉਹਨਾਂ ਦੀ ਰਾਏ ਆ, ਉਹ ਕਹਿੰਦੇ ਵੀ ਸਾਨੂੰ ਲੱਗਦਾ ਨਹੀਂ ਵੀ ਇਹ ਸਕੂਲੇ ਗਿਆ ਹੋਵੇ, ਜੇ ਇਸ ਹਿਸਾਬ ਨਾਲ ਗੱਲ ਕਰਦਾ ਹੁੰਦਾ। ਜੀ ਜੀ ਬਿਲਕੁਲ। ਸੋ ਇਹਨਾਂ ਬਿਲਕੁਲ ਉਲਟਾ ਲੋਕਾਂ ਦੀ ਜਿਹਦਾ ਵਿਊ ਇਹ ਆ ਵੀ ਇਹ ਸਾਰਿਆਂ ਨੂੰ ਮਾੜੇ ਜਿਹੜੇ ਆ ਜਸਟਨ ਟਰੂਡੋ, ਤੇ ਸਾਰਿਆਂ ਨੂੰ ਚੰਗੇ ਇਹਨਾਂ ਦੇ ਪਿਓ। ਡਾਕਟਰ ਸਾਹਿਬ ਕਹਿੰਦੇ ਨਾ ਬਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ, ਇਹਨੇ ਤਾਂ ਉਲਟ ਕਰਤਾ ਜੀ ਕੰਮ। ਉਹ ਇੱਕ ਕਹਾਣੀ ਆ, ਕਹਿੰਦੇ ਕਿ ਕੋਈ ਰਾਜਾ ਬਹੁਤ ਜ਼ੁਲਮ ਕਰਦਾ ਹੁੰਦਾ ਸੀ ਜੀ। ਉਸ ਰਾਜੇ ਦੇ ਜ਼ੁਲਮ ਇੰਨੇ ਚੱਲ ਗਏ ਕਿ ਹਰ ਚੀਜ਼ ਤੇ ਟੈਕਸ ਲਾਉਣਾ, ਹਰ ਬੰਦੇ ਨੂੰ ਫੜ ਲੈਣਾ, ਕੁੱਟਣਾ, ਤੇ ਉਹਦੀ ਡੈਥ ਹੋ ਗਈ। ਅਖੀਰ 'ਚ ਆਪਣੇ ਮੌਤ ਤੋਂ ਪਹਿਲਾਂ ਉਹਦਾ ਬੇਟਾ ਲਾੜ ਬੈਠਾ, ਤੇ ਉਹਦਾ ਬੇਟਾ ਬੜਾ ਆਗਿਆਕਾਰੀ ਸੀ, ਉਹ ਚਾਹੁੰਦਾ ਸੀ ਕਿ ਮੈਂ ਪਿਓ ਤੋਂ ਪੁੱਛਾਂ ਵੀ ਕੀ ਕਰਨ ਜੋਗਾ ਰਹਿ ਗਿਆ ਜਿਹੜਾ ਮੈਂ ਕਰਾਂ। ਉਹ ਕਹਿੰਦਾ ਵੀ ਇਦਾਂ ਕਰ ਰਹੇ ਹੁਣ ਮੈਂ ਤਾਂ ਉਹਨੂੰ ਪਤਾ ਲੱਗ ਗਿਆ, ਕਹਿੰਦਾ ਵੀ ਮੈਂ ਤਾਂ ਬਹੁਤ ਜ਼ੁਲਮ ਕੀਤੇ, ਤਾਂ ਲੋਕਾਂ ਨੇ ਤਾਂ ਮੈਨੂੰ ਮਾੜਾ ਹੀ ਕਹਿਣਾ, ਸੋ ਇਦਾਂ ਦਾ ਕੰਮ ਕਰੀ ਜਿਹੜਾ ਲੋਕੀ ਮੈਨੂੰ ਚੰਗਾ ਕਹਿਣ। ਉਹਨੇ ਮਨ ਦੇ ਵਿੱਚ ਰੱਖ ਲਈ ਜੀ। ਜਦੋਂ ਸ਼ੁਰੂਆਤ ਕੀਤੀ, ਦਰਬਾਰ ਦੇ ਵਿੱਚ ਗਿਆ ਤੇ ਫਿਰ ਆਪਣੇ ਜਿਹੜੇ ਉਹਨਾਂ ਦੇ ਵਜ਼ੀਰ ਨੂੰ ਸੱਦਿਆ, ਕਹਿੰਦਾ ਵੀ ਮੇਰੀ ਜਿਹੜੀ ਇੱਕੋ ਹੀ ਮਨ ਦੇ ਵਿੱਚ ਆਸ ਆ ਵੀ ਮੈਂ ਆਪਣੇ ਪਿਓ ਦਾ ਨਾਮ ਰੋਸ਼ਨ ਕਰਨਾ, ਤੇ ਇਸ ਕਰਕੇ ਮੈਂ ਚਾਹੁੰਦਾ ਕਿ ਲੋਕਾਂ ਦੇ ਵਿੱਚ ਚੰਗੀਆਂ ਗੱਲਾਂ ਕੀਤੀਆਂ ਜਾਣ, ਰਾਸ਼ਨ ਵੰਡਿਆ ਜਾਵੇ ਲੋਕਾਂ ਨੂੰ, ਜਿਹੜੇ ਗਰੀਬ ਗੁਰਬੇ ਆ ਉਹਨਾਂ ਦੀ ਮਦਦ ਕਰੀਏ, ਕੀਤੀ ਜਾਵੇ, ਹਰ ਪਾਸੇ ਜਿਹਦਾ ਨਾਂ ਲੱਗੇ ਵੀ ਉਹ ਇਹ ਫਲਾਣੇ ਪਿਓ ਦਾ ਪੁੱਤ ਆ, ਵੀ ਚੰਗੀ ਗੱਲ ਕਰੀਏ। ਉਹ ਕਹਿੰਦਾ ਜੀ ਤੁਸੀਂ ਆਪਣੇ ਕਹਿਣਾ ਚਾਹੁੰਦੇ ਆ ਵੀ ਤੁਸੀਂ ਪਿਓ ਦਾ ਨਾਮ ਰੋਸ਼ਨ ਕਰਨਾ? ਉਹ ਕਹਿੰਦੇ ਹਾਂਜੀ। ਉਹ ਕਹਿੰਦੇ ਇਦਾਂ ਨਹੀਂ ਹੋਣਾ। ਕਹਿੰਦੇ ਮੈਂ ਦੱਸਦਾ ਕਿੱਦਾਂ ਹੋਣਾ। ਤੁਸੀਂ ਇਦਾਂ ਕਰੋ ਵੀ ਤੁਹਾਡੇ ਪਿਓ ਨੇ ਕਦੇ ਮੁਰਦਿਆਂ ਦੀਆਂ ਜਦੋਂ ਲਾਸ਼ਾਂ ਦਫਨਾਉਣ ਜਾਂਦੇ ਸੀ ਉਹ ਤੇ ਟੈਕਸ ਨਹੀਂ ਸੀ ਲਾਇਆ, ਤੁਸੀਂ ਉਹ ਤੇ ਵੀ ਟੈਕਸ ਲਾਓ, ਤੇ ਥੋੜੇ ਚਿਰਾਂ ਬਾਅਦ ਉਹ ਕਫਨ ਕਢਾ ਲਿਆ ਕਰੋ, ਉਹਨਾਂ ਨੂੰ ਕਹੋ ਇਹ ਤੇ ਹੁਣ ਫੇਰ ਟੈਕਸ ਦਿਓ, ਫੇਰ ਬੰਦ ਅਸੀਂ ਕਬਰਾਂ ਛੱਡਣਾ, ਜਿਹੜੇ ਪੁਰਾਣੇ ਹੋਏ ਆ ਉਹ ਟੈਕਸ ਉਹ ਲੱਗੇ ਰਹਿਣ ਦਿਓ। ਉਹ ਬੜੇ ਹੈਰਾਨ ਹੋਏ, ਕਹਿੰਦੇ ਕਿ ਇਹ ਕਿਹੋ ਜਿਹੀ ਪ੍ਰਪੋਜ਼ਲ ਹੈ ਵੀ ਤੂੰ ਇੰਨੇ ਮੇਰੇ ਪਿਓ ਨੇ ਇੰਨੇ ਮਾੜੇ ਕੀ ਕੰਮ ਕੀਤੇ ਆ, ਤੂੰ ਹੋਰ ਉਦੋਂ ਵੀ ਵੱਧ ਮਾੜੇ ਕਹਿਣਾ। ਉਹ ਕਹਿੰਦਾ ਜੀ ਲੋਕੀ ਯਾਦ ਤਾਂ ਕਰਦੇ ਹੁੰਦੇ ਆ ਜੇ ਤੁਸੀਂ ਜਿਹਦਾ ਉਹਨਾਂ ਤੋਂ ਮਾੜੇ ਹੋਵੋਗੇ ਤਾਂ ਉਹ ਕਹਿਣਗੇ ਵੀ ਇਦੋਂ ਤਾਂ ਇਹਦਾ ਪਿਓ ਚੰਗਾ ਸੀ। ਬਿਲਕੁਲ। ਮਤਲਬ ਇਹ ਤੁਲਨਾ ਕਰਨ ਦਾ ਸਾਡੇ ਚ ਹੁੰਦਾ ਨਾ, ਅਸੀਂ ਕਹਿੰਦੇ ਇਦੋਂ ਤਾਂ ਫਲਾਣਾ ਹੀ ਚੰਗਾ ਸੀ। ਹੁਣ ਤਾਂ ਹੀ ਅਸੀਂ ਸੋਚਦੇ ਵੀ ਦੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ ਕਿਹਨੂੰ ਚੁਣਨਾ ਹੈ, ਉਹ ਇਹ ਦੇਖਦੇ ਵੀ ਸਭ ਤੋਂ ਮਾੜਾ ਕਿਹੜਾ ਹੈ, ਤਾਂ ਉਹ ਇਦਾਂ ਹੀ ਹਰ ਇੱਕ ਥਾਂ ਤੇ ਸਿਲੈਕਸ਼ਨ ਹੁੰਦੀ ਹੈ। ਤੇ ਇਹਦੇ ਵਿੱਚ ਵੀ ਰਿਫਲੈਕਸ਼ਨ ਇਦਾਂ ਲੱਗਦੀ ਹੈ ਵੀ ਪੀਅਰ ਐਲੀਅਟ ਟਰੂਡੋ ਵਧੀਆ ਸਭ ਤੋਂ ਪ੍ਰਾਈਮ ਮਿਨਿਸਟਰ ਹੈ ਜੀ। ਇਹ ਸਰਵੇ ਚਲੋ 55 ਸਾਲਾਂ ਦਾ, ਪਰ ਸਾਰੇ ਸਰਵੇ ਜਿਹੜੇ 150 ਸਾਲਾਂ ਦਾ ਵੀ ਕਰਾਇਆ ਸੀ ਉਹ ਚ ਵੀ ਉਹਨਾਂ ਨੂੰ ਇਹ ਉੱਤਮ ਪ੍ਰਾਈਮ ਮਿਨਿਸਟਰ ਮੰਨਿਆ। ਜੀ ਮੇਰੀ ਨਿਗਾਹ ਦੇ ਨਾਲ ਵਾਕਿਆ ਹੀ ਐਕਚੁਅਲੀ ਸੀਗੇ ਉਹ ਜੀ। ਅਸੀਂ ਤਾਂ ਖੈਰ ਉਹਨੂੰ ਨਹੀਂ ਦੇਖ ਸਕੇ ਜਾਂ ਸੁਣ। ਹਾਂ, ਮੈਂ ਜਦੋਂ ਕੈਨੇਡਾ ਦੇ ਵਿੱਚ ਆਇਆ ਤੇ ਉਸ ਵੇਲੇ ਪ੍ਰਾਈਮ ਮਿਨਿਸਟਰ ਸਨ ਉਹ ਜੀ। ਓਕੇ, 79 ਚ ਲੈਂਡ ਹੋਏ ਅਸੀਂ, ਤਾਂ ਉਦੋਂ ਪੀਅਰ ਐਲੀਅਟ ਟਰੂਡੋ ਪ੍ਰਾਈਮ ਮਿਨਿਸਟਰ ਹੁੰਦੇ ਸੀ ਜੀ। ਸੋ ਡਾਕਟਰ ਸਾਹਿਬ ਅਗਲੀ ਖਬਰ ਵੱਲ ਵਧਦੇ ਹਾਂ ਕਿ TD ਦੀ ਇੱਕ ਨਵੀਂ ਆਰਥਿਕ ਰਿਪੋਰਟ ਆਈ ਹੈ, ਉਹਦੇ ਅਨੁਸਾਰ ਕਹਿੰਦੇ ਵੀ ਮਿਆਰੀ ਜੀਵਨ ਪੱਧਰ ਜਿਹੜਾ ਹੈ ਉਹ ਕੈਨੇਡਾ ਆਪਦੇ ਸਾਥੀ ਮੁਲਕਾਂ ਦੇ ਮੁਕਾਬਲੇ ਪਛੜ ਰਿਹਾ ਹੈ। ਇਹ ਐਕਚੁਅਲੀ ਫੈਕਟ ਹੋ ਗਿਆ ਹੁਣ ਜੀ। ਇਹਦਾ ਜਿਹੜੀ ਅਸੀਂ ਸਰਵੇ ਗੱਲ ਕਰਕੇ ਹਟੇ ਆ ਜੀ, ਉਹਦੇ ਤੇ ਵੀ ਰਿਫਲੈਕਟ ਕਰਦਾ ਹੈ। ਲੋਕੀ ਜੇ ਚੰਗੇ ਹੋਣ ਤਾਂ ਫਿਰ ਚੰਗਾ ਖਾਂਦੇ, ਚੰਗਾ ਪੀਂਦੇ, ਸਭ ਆਸ ਹੋਵੇ ਵੀ ਕੱਲ ਵੀ ਚੰਗਾ ਹੀ ਹੋਣਾ, ਤਾਂ ਫਿਰ ਉਹਨਾਂ ਨੂੰ ਲੀਡਰ ਵੀ ਚੰਗੇ ਲੱਗਣ।
ਭੁੱਖਾ ਢਿੱਡ ਕਦੇ ਸੀਸਾ ਨਹੀਂ ਦਿੰਦਾ। ਤੇ ਜੇ ਤੁਸੀਂ ਕੰਪੇਅਰ ਕਰਦੇ ਆ ਖਾਸ ਤੌਰ ਤੇ ਯੂਐਸ ਦੇ ਨਾਲ ਹੋਰ G7 ਮੁਲਕਾਂ ਦੇ ਨਾਲ, ਹਾਲਾਂਕਿ ਇੰਗਲੈਂਡ ਵਾਲਿਆਂ ਦਾ ਬਹੁਤ ਪੱਧਰ ਥੱਲੇ ਨੂੰ ਚਲ ਗਿਆ, ਉਹਦੇ ਮੁਕਾਬਲੇ ਵੀ ਕੈਨੇਡਾ ਦੇ ਵਿੱਚ ਇਨਫਲੇਸ਼ਨ ਦੇ, ਜੇ ਤੁਸੀਂ ਇਕੱਲੀ ਇਨਫਲੇਸ਼ਨ ਦੇਖਦੇ ਆ ਤਾਂ ਉਜਰਤ ਸਾਡੀ ਵੇਜਸ ਕਿੰਨੀਆਂ ਕੁ ਵਧੀਆਂ ਜੀ, ਤੇ ਫਿਰ ਲਿਵਿੰਗ ਸਟੈਂਡਰਡ ਦੇਖਦੇ ਆ ਤੇ ਉਹ ਥੱਲੇ ਨੂੰ ਗਿਆ ਜੀ, ਉੱਪਰ ਨਹੀਂ ਗਿਆ, ਥੱਲੇ ਨੂੰ ਗਿਆ। ਬਿਲਕੁਲ। ਤੁਸੀਂ ਇਹ ਨਹੀਂ ਦੇਖਣਾ, ਲੋਕੀ ਕਹਿੰਦੇ ਕਿ ਅੱਗੇ ਛੋਟੇ ਘਰ ਹੁੰਦੇ ਸੀ ਹੁਣ ਸਾਡੇ ਤੋਂ ਵੱਡੇ ਆ, ਨਹੀਂ, ਹੁਣ ਕਰਜ਼ਾ ਵੀ ਤੁਹਾਡੇ ਸਿਰ ਜ਼ਿਆਦਾ ਹੈ ਜੀ। ਬਿਲਕੁਲ। ਛੋਟੇ ਘਰਾਂ ਦੇ ਵਿੱਚ ਕਰਜ਼ਾ ਹੋਊਗਾ 35,000, ਹੁਣ ਤੁਹਾਡੇ ਸਿਰ 10 ਲੱਖ ਦਾ ਕਰਜ਼ਾ ਹੈ, 15 ਲੱਖ ਦਾ ਕਰਜ਼ਾ। ਬਿਲਕੁਲ। ਜਦੋਂ ਤੁਸੀਂ ਪਹਿਲਾਂ ਕਾਰਾਂ ਲੈਂਦੇ ਸੀ, ਸ਼ਾਇਦ ਕੈਸ਼ ਲੈ ਲੈਂਦੇ ਸੀ ਲੋਕੀ, ਹੁਣ ਹਰ ਇੱਕ ਬੰਦੇ ਨੇ ਕਾਰ ਜਿਹੜੀ ਆ ਉਹ ਲੋਨ ਤੇ ਲਈ ਹੈ। ਸੋ ਜੇ ਡੈਟ ਬਰਡਨ ਜਿਹੜਾ ਹੈ ਸਾਡੇ ਸਿਰ, ਇਹ ਇਕੱਲਾ 2 ਵੱਡੀਆਂ ਆਈਟਮ ਆ, ਹੋਰ ਵੀ ਬਹੁਤ ਹੈ। ਤੁਸੀਂ ਫੋਨ ਵੀ ਆਹ ਯੂਜ਼ ਕਰਦੇ ਵੀ ਤਾਂ ਡੈਟ ਹੀ ਹੈ। ਬਿਲਕੁਲ। ਇਹ ਤੁਹਾਨੂੰ ਹਰ 2 ਸਾਲਾਂ ਬਾਅਦ ਕੰਪਨੀਆਂ ਦਾ ਕੰਟਰੈਕਟ ਖਤਮ ਹੋ ਜਾਂਦਾ, ਨਵੇਂ ਦੀ ਪੇਸ਼ਕਸ਼। ਅੱਛਾ, ਨਵਾਂ ਕਹਿੰਦੇ ਅਪਗ੍ਰੇਡ ਕਰ ਲਓ ਜੀ ਇਹਨੂੰ। ਅਪਗ੍ਰੇਡ ਜਿਹੜਾ ਤੁਹਾਡੇ ਤੋਂ ਐਕਚੁਅਲੀ ਆਈਫੋਨ ਆ, ਕਿਸੇ ਦੇ ਕੋਲ ਪੁਰਾਣਾ ਵੀ ਪਿਆ, ਉਹ ਬੰਦਾ ਮੈਨੂੰ ਦੱਸ ਦੇਵੇ ਵੀ ਜਿਹੜੇ ਉਹਦੇ ਚ ਜਿੰਨੇ ਵੀ ਫੀਚਰ ਆ ਉਹਨੂੰ ਵਰਤਣੇ ਆਉਂਦੇ ਨਹੀਂ ਆਉਂਦੇ। ਤੇ ਅਪਗ੍ਰੇਡ ਕਦੋਂ ਕਰਨਾ? ਕਿੰਨੇ ਕਿ ਤੁਸੀਂ ਆਈਨਸਟਾਈਨ ਨੇ ਜਿਹੜਾ ਇਹ ਸਾਰਾ ਵਰਤ ਲੈਣਾ ਹੈ। ਸਹੀ ਗੱਲ ਹੈ। ਸੋ ਪਰ ਉਹਨਾਂ ਨੂੰ ਹੁੰਦਾ ਵੀ ਇਹ ਬੰਦੇ ਹੁਣ ਇੱਕ ਨਵੀਂ ਚੀਜ਼ ਖਰੀਦਣਗੇ, ਫਿਰ ਨਵੀਆਂ ਪੇਮੈਂਟਸ ਦੇਣਗੇ, ਵਧਾਉਣਗੇ, ਨਾਲੇ ਕੰਟਰੈਕਟ ਹੋ ਜਾਊਗਾ 2 ਸਾਲ ਦਾ ਕੰਟਰੈਕਟ। ਫਿਰ ਤਾਂ ਹੀ ਹੋਣਾ ਜੇ ਜਦੋਂ ਉਹਨਾਂ ਦੇ ਅੱਗ ਲੱਗੀ ਰਹਿੰਦੀ ਵੀ ਇਹਦੇ ਕੋਲ ਹੁਣ ਕੰਟਰੈਕਟ ਖਤਮ ਹੋ ਗਿਆ। ਡਾਕਟਰ ਸਾਹਿਬ, ਮੈਂ ਨਾ ਇੱਕ ਇਹਦੇ ਨਾਲ ਰਿਲੇਟਡ ਗੱਲ ਹੈ, ਮੈਂ ਚਲੋ ਹੁਣ ਮੈਂ ਤੁਹਾਨੂੰ ਟੋਕ ਰਿਹਾ ਵੀ ਮੈਂ ਮੇਰੇ ਪ੍ਰੋਗਰਾਮ ਦੇ ਦੌਰਾਨ ਨਾ ਇੱਕ ਦਿੱਲੀ ਤੋਂ ਕੋਈ ਕਾਲਰ ਸ਼ਾਮਲ ਹੋਇਆ, ਤੇ ਉਹ ਮੈਨੂੰ ਕਹਿੰਦਾ ਕਿ ਮੈਂ ਕਹਿ ਰਿਹਾ ਸੀਗਾ ਕਿ ਪੰਜਾਬ ਧਰਾਤਲ ਵੱਲ ਨੂੰ ਜਾ ਰਿਹਾ ਵੀ ਇਹਦੀ ਹਾਲਤ ਮਾੜੀ ਹੋ ਰਹੀ ਹੈ। ਉਹਦਾ ਮੈਨੂੰ ਕਾਲ ਆਈ, ਉਹ ਕਹਿੰਦਾ ਜੀ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਉਹ ਧਰਾਤਲ ਵੱਲ ਨੂੰ ਜਾ ਰਿਹਾ, ਪੰਜਾਬ ਤਾਂ ਤਰੱਕੀ ਕਰ ਰਿਹਾ ਬਹੁਤ। ਮੈਂ ਕਿਹਾ ਵੀ ਤੁਸੀਂ ਕਿਵੇਂ ਕਹਿ ਸਕਦੇ ਹੋ? ਉਹ ਕਹਿੰਦਾ ਜੀ ਮੈਨੂੰ 15 ਸਾਲ ਪਹਿਲਾਂ ਵੀ ਮੈਂ ਗਿਆ ਸੀਗਾ, ਤੇ ਉਦੋਂ ਨਾ ਮੈਂ ਅੰਮ੍ਰਿਤਸਰ ਗਿਆ ਸੀ ਤੇ ਟਾਵੀਂ ਗੱਡੀ ਕਹਿੰਦਾ ਰਸਤੇ 'ਚ ਦਿਸਦੀ ਸੀ। ਹੁਣ ਕਹਿੰਦਾ ਮੈਨੂੰ ਫਿਰ ਜਾਣ ਦਾ ਮੌਕਾ ਮਿਲਿਆ, ਹੁਣ ਤਾਂ ਗੱਡੀ ਤੁਰਨ ਨਹੀਂ ਦਿੰਦੇ, ਇੰਨਾ ਮੈਂ ਕਿ ਵਹੀਕਲ ਉੱਥੇ ਜ਼ਿਆਦਾ ਹੋ ਗਿਆ, ਵੱਡੇ ਟਰੈਕਟਰ, ਵੱਡੀਆਂ ਕੋਠੀਆਂ। ਕਹਿੰਦਾ ਮੈਨੂੰ ਤਾਂ ਲੱਗਦਾ ਪੰਜਾਬ ਕਹਿੰਦਾ ਤਰੱਕੀ ਕਰ ਗਿਆ ਜੀ। ਮੈਂ ਕਿਹਾ ਵੀ ਤੈਨੂੰ ਜਿਹੜੇ ਇਹ ਨਹੀਂ ਪਤਾ ਵੀ ਸਾਡੇ ਪਟਵਾਰੀਆਂ ਕੋਲੇ ਹੁਣ ਕਾਲਾ ਪੈਨ ਨਹੀਂ ਹੁੰਦਾ, ਉਹਨਾਂ ਕੋਲੇ ਇਕੱਲਾ ਲਾਲ ਹੀ ਪੈਨ ਹੁੰਦਾ। ਮੈਂ ਕਿਹਾ ਉਹਨਾਂ ਦੀ ਜਮ੍ਹਾਂਬੰਦੀਆਂ ਵੇਖ ਫਿਰ ਪਤਾ ਲੱਗਦਾ। ਸੋ ਇਹੀ ਗੱਲ ਜਿਹੜੀ ਹੈ ਇੱਥੇ ਵੀ ਹੋ ਰਹੀ ਹੈ ਵੀ ਤਰੱਕੀ ਜਿਹੜੀ ਹੈ ਉਹ ਲੋਨ ਤੇ ਹੈ। ਬਿਲਕੁਲ। ਔਰ ਬੈਂਕਸ ਦੇ ਵਿੱਚ ਖਾਸ ਤੌਰ ਤੇ ਆਹੀ ਟੀਡੀ ਨੇ ਰਿਪੋਰਟ ਦਿੱਤੀ ਹੈ ਜੀ, ਤੇ ਇਹਨਾਂ ਨੇ ਬੈਂਕਸ ਨੇ ਪਿੱਛੇ ਦੱਸਿਆ ਵੀ ਜਿਸ ਤਰੀਕੇ ਦੇ ਨਾਲ ਸਾਡਾ ਲੋਨ ਬਰਡਨ ਵੱਧ ਰਿਹਾ ਜੀ, ਤੇ ਉਹਦੇ ਨਾਲ ਬੈਂਕਰਪਸੀਜ਼ ਜ਼ਿਆਦਾ ਹੋਣੀਆਂ। ਜਦੋਂ ਹੁਣ ਮਾੜਾ ਜਿਹਾ ਸੰਕਟ ਆਉਣ ਦਾ ਖਤਰਾ ਹੁੰਦਾ ਨਾ, ਉਸ ਵੇਲੇ ਦੇਖਦੇ ਕਿ ਇਹਨਾਂ ਦੀ ਆਮਦਨ ਬਹੁਤ ਘੱਟ ਆ ਤੇ ਇਹਨਾਂ ਦੇ ਸਿਰ ਲੋਨ ਬਹੁਤ ਜ਼ਿਆਦਾ ਆ। ਸੋ ਉਹ ਜਿਹੜਾ ਕੰਪੈਰੀਜ਼ਨ ਕੀਤਾ ਜਾਣਾ ਚਾਹੀਦਾ, ਉਹਨੂੰ ਦੇਖ ਕੇ ਕੀਤਾ ਜਾਣਾ ਚਾਹੀਦਾ। ਇਹ ਨਾ ਦੇਖੋ ਵੀ ਕਿਸੇ ਦਾ ਬਹੁਤ ਵੱਡਾ ਘਰ, ਇਹ ਦੇਖੇ ਵੀ ਇਹ ਤੇ ਲੋਨ ਕਿੰਨਾ ਲਿਆ ਹੈ, ਜਾਂ ਹੋਰ ਕੰਮ ਏਦਾਂ ਦੇ ਕਿਤੇ ਆ ਵੀ ਜਿਹੜੇ ਇਹਨੂੰ ਨੀਂਦ ਨਹੀਂ ਆਉਂਦੀ। ਇੱਕ ਬੰਦੇ ਨੇ ਅੱਗੇ ਪਹਿਲਾਂ ਅੱਜ ਤੋਂ 50 ਸਾਲ ਸੋਸ਼ਲਿਜ਼ਮ ਤੇ ਕੈਪੀਟਲਿਜ਼ਮ ਦੀਆਂ ਡਿਬੇਟ ਬੜੀਆਂ ਹੁੰਦੀਆਂ ਸੀ, ਕਿਉਂਕਿ ਉਦੋਂ ਸੋਵੀਅਤ ਯੂਨੀਅਨ ਸੀ, ਤੇ ਸੋਵੀਅਤ ਯੂਨੀਅਨ ਦੇ ਵਿੱਚ ਜੇ ਤੁਸੀਂ ਮਾਸਕੋ ਗਏ, ਕੋਈ ਬੰਦਾ ਇੱਥੋਂ ਗਿਆ ਹੋਣਾ ਜੀ, ਤੇ ਇੱਕ ਕ੍ਰੈਮਲਨ ਤੋਂ ਬੜਾ ਬੁਲਾਵਾਰਡ ਜਾਂਦਾ ਗਾਹਾਂ ਨੂੰ ਈਸਟ ਵੱਲੋਂ, ਤਾਂ ਉਹਦੇ ਦੋਹਾਂ ਪਾਸਿਆਂ ਤੇ ਨਾ ਇਹ ਖਰੁਸ਼ਚੋਵ ਦੇ ਸਮੇਂ ਦੇ ਬਣੇ ਆ ਅਪਾਰਟਮੈਂਟ ਜੀ, ਤਾਂ ਮਤਲਬ ਸੈਂਕੜੇ ਹੀ ਅਪਾਰਟਮੈਂਟ ਆ, ਬਿਲਡਿੰਗਸ ਵੱਡੀਆਂ ਰਹਿੰਦੇ ਆ ਲੋਕੀ ਜੀ ਜੀ। ਤੇ ਉਹ ਕਹਿੰਦੇ ਕਿ ਵੈਸਟਰਨ ਰਿਪੋਰਟਰ ਕੋਈ ਜਾਂਦੇ ਸੀ ਤੇ ਇਹ ਦਿਖਾਉਂਦੇ ਸੀ, ਕਿਉਂਕਿ ਇਹਨਾਂ ਨੇ ਦਿਖਾਣਾ ਵੀ ਸਾਡੀ ਸੁਪੀਰੀਅਰਿਟੀ ਆ, ਸਾਡੇ ਦੇਖੋ ਕੰਡੋਮੀਨੀਅਮ ਕਿੰਨੇ ਸੋਹਣੇ ਆ, ਇਹਨਾਂ ਦੇ ਅੰਦਰ ਕਿੰਨੇ ਸੋਹਣੇ, ਇਹਨਾਂ ਦੇ ਬਾਹਰ ਕਿੰਨੇ ਸੋਹਣੇ ਆ, ਕਿੰਨਾ ਸੋਹਣਾ ਡਿਜ਼ਾਈਨ ਕੀਤਾ। ਇਹਨਾਂ ਨੂੰ ਦਿਖਾ ਦਿੰਦੇ ਸੀ ਵੀ ਅਗਲੀ ਕਿੰਨੇ, ਐਵੇਂ ਹੀ ਜਿੱਦਾਂ ਬਾਕਸ ਜਿਹਾ ਖੜੇ ਕੀਤੇ ਆ ਉਹਨਾਂ ਨੇ ਜੀ, ਤੇ ਇਹਨਾਂ ਦੇ ਉਹ ਕੋਈ ਕਲਾ ਹੀ ਹੈ ਨਹੀਂ ਇਹਨਾਂ ਦੇ ਵਿੱਚ। ਤੇ ਫਿਰ ਵੈਸਟ ਦੇ ਵਿੱਚ ਇਹਨਾਂ ਦੇ ਵਿੱਚ ਇੰਟੈਲੈਕਚੁਅਲ ਨੇ ਬਹਿਸ ਸ਼ੁਰੂ ਕੀਤੀ ਵੀ ਜਿਹੜਾ ਸਾਡੇ ਕਿਸੇ ਨੇ ਕੰਡੋਮੀਨੀਅਮ ਲਏ ਸੋਹਣੇ, ਇਹ ਤਾਂ ਲੋਨ ਤੇ ਲਏ, ਜਿਹੜੇ ਅਪਾਰਟਮੈਂਟ ਦਿੱਤੇ ਆ ਉਹਨਾਂ ਨੂੰ,
ਇਹ ਉਹਨਾਂ ਨੂੰ ਮੁਫਤ ਦਿੱਤੇ ਆ। ਮੁਫਤ ਦਿੱਤੇ ਆ। ਇਹ ਤੇ ਕੁਝ ਜੇ ਸਿਰਫ ਚਾਰਜ ਕਰਦੇ ਸੀ ਤਾਂ ਉਹਨੂੰ ਯੂਟਿਲਿਟੀਜ਼ ਦਾ ਚਾਰਜ ਕਰਦੇ ਸੀ। ਜਿੰਨੀ ਵੀ ਤੁਸੀਂ ਬਿਜਲੀ ਸਟਾਟਾ ਹੀ ਦਿੰਦੇ ਸੀ। ਬਿਜਲੀ ਫੂਕਦੇ ਆ ਜਾਂ ਜੋ ਪਲੰਬਿੰਗ ਦਾ ਖਰਚਿੰਗ ਆ ਗਿਆ, ਹੋਰ ਸਾਫ ਸਫਾਈ ਤੇ ਖਰਚਾ ਆ ਗਿਆ, ਵੀ ਇਹ ਵਰਕਿੰਗ ਕਲਾਸ ਦੇ ਬੰਦੇ ਆ, ਇਹ ਕੋਈ ਪੈਸਾ ਨਹੀਂ ਦਿੰਦੇ ਉੱਥੇ। ਤਾਂ ਜੇ ਇਹਨਾਂ ਦੀ ਰੈਂਟ ਵੀ ਉਹਨਾਂ ਨੇ ਚਾਰਜ ਕਰਨਾ ਹੋਵੇ, ਬਿਲਕੁਲ ਥੋੜਾ ਜਿਹਾ ਕਰਦੇ ਇਹਨਾਂ ਦੀ ਵੇਜ ਦਾ। ਤੇ ਦੱਸੋ ਵੀ ਇਹਨਾਂ ਨੇ ਜਿਹੜੇ ਸੋਹਣੇ ਅਪਾਰਟਮੈਂਟ ਬਾਹਰੋਂ ਦਿਖਦੇ ਆ, ਉਹਨਾਂ ਦੇ ਵੀ ਜ਼ਿਆਦਾ ਖੁਸ਼ ਹੋਣਾ ਕਿ ਜਿਹੜੇ ਸਵੇਰੇ ਤਕਾਲਾਂ, ਇੱਥੇ ਬਹੁਤ ਬੰਦੇ ਆ ਜਿਹੜੇ ਸਵੇਰੇ ਤਕਾਲਾਂ 2-2 ਸ਼ਿਫਟਾਂ ਲਾਉਂਦੇ ਆ। ਬੱਚਿਆਂ ਦਾ ਨੂੰ ਦੇਖਣ ਦਾ ਟਾਈਮ ਹੈ ਨਹੀਂਗਾ, ਵੀਕਐਂਡ ਤੇ ਵੀ ਕੰਮ ਕਰਦੇ ਆ। ਉਹ ਇਸੇ ਕਰਕੇ ਕਰਦੇ ਆ ਕਿ ਘਰ ਦੀਆਂ ਕਿਸ਼ਤਾਂ ਬਹੁਤ ਹੁੰਦੀਆਂ ਜਾਂ ਰੈਂਟ ਬਹੁਤ ਹੁੰਦਾ ਹੈ। ਰਾਤ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ, ਉਹ ਚ ਇੱਕ ਆਦਮੀ ਕਹਿ ਰਿਹਾ ਜੀ, ਚਿੱਟੀ ਦਾੜੀ ਉਹਦੀ, ਉਹ ਕਹਿੰਦਾ ਜੀ ਮੈਂ ਤੁਹਾਨੂੰ ਖੁਸ਼ੀ ਦੀ ਖਬਰ ਦੱਸਾਂ, ਕਹਿੰਦਾ ਵੀ ਘਰ ਮੇਰਾ ਫ੍ਰੀ ਹੋ ਗਿਆ, ਕਹਿੰਦਾ ਮੇਰੀ ਕਾਰ ਵੀ ਫ੍ਰੀ ਹੋ ਗਈ, ਤੇ ਹੁਣ ਮੇਰੀ ਉਮਰ ਕਹਿੰਦਾ 85 ਸਾਲ ਦੀ ਹੋ ਗਈ ਹੈ, ਤੇ ਹੁਣ ਮੈਂ ਕੈਨੇਡਾ ਵੇਖੂਗਾ, ਕਹਿੰਦਾ ਵੀ ਹੁਣ ਫ੍ਰੀ ਪੈਸੇ ਹੋ ਗਿਆ, ਹੁਣ ਫ੍ਰੀ ਦੇ ਉਹਨੇ ਦੱਸਿਆ ਵੀ ਮੈਂ ਸਾਰੀ ਉਮਰ ਜਿਹੜੀ ਗਾਲਤੀ ਇਸੇ ਵਿੱਚ ਹੀ। ਤੇ ਕੈਨੇਡਾ ਦੇਖਣ ਲਈ ਹੁਣ ਤੁਰ ਨਹੀਂ ਹੋਣਾ। ਬਿਲਕੁਲ। ਅੱਖਾਂ ਕਹਿੰਦੇ ਹੁੰਦੇ ਦੇ ਗਈਆਂ ਜਵਾਬ। ਬਿਲਕੁਲ। ਤੇ ਹੁਣ ਦੇਖਣ ਲਈ ਕਿੰਨੇ ਕੁ ਸਾਲ ਰਹਿੰਦੇ ਉਦੋਂ? ਜਿਹੜਾ ਸਮਾਂ ਸੀ ਉਹ ਕੱਢ ਲਿਆ ਮੈਂ। ਜਿਹੜੀ ਤੁਹਾਡੀ ਬਿਹਤਰ ਲਾਈਫ ਹੈ ਨਾ ਜ਼ਿੰਦਗੀ ਦੀ, ਜੀ, ਉਹ ਜਿਹੜੀ ਕਰਜ਼ਿਆਂ ਦੇ ਨਾਲ ਡੀਲ ਕਰਨ ਦੀ ਆ। ਬਿਲਕੁਲ। ਇੱਕ ਤੁਸੀਂ ਇੱਕ EMPLOYEE ਨੂੰ ਦੇਖੋ, ਜਿਹਨੂੰ ਪਤਾ ਨਾ ਹੋਵੇ ਵੀ ਕੱਲ ਨੂੰ ਮੈਂ ਆ ਸਕਦਾ ਜਾਂ ਨਹੀਂ ਆ ਸਕਦਾ। ਨਹੀਂ ਆ ਸਕਦਾ। ਬਿਲਕੁਲ। ਇਹ ਵੀ ਸੋਵੀਅਤ ਯੂਨੀਅਨ ਕੰਪੈਰੀਜ਼ਨ ਕਰਦੇ ਹੁੰਦੇ ਸੀ ਕਿ ਉਹਨਾਂ ਨੇ ਪਰਮਾਨੈਂਟ ਜੌਬ ਦਿੱਤੀ ਹੁੰਦੀ ਸੀ ਬੰਦੇ ਨੂੰ। ਜਦੋਂ ਇੱਕ ਰੱਖਦੇ ਸੀ, ਉਹਨੂੰ ਹਟਾ ਨਹੀਂ ਸਕਦਾ ਕੋਈ ਵੀ। ਜੀ। ਕਈ ਵਾਰੀ ਤਾਂ ਪ੍ਰੋਬਲਮ ਇਹ ਪੈ ਗਈ ਸੀ ਕਿ ਕਈ ਬੰਦੇ ਚੱਜ ਨਾਲ ਕੰਮ ਨਹੀਂ ਕਰਦੇ, ਇਹਨਾਂ ਨੂੰ ਫੇਰ ਵੀ ਹਟਾ ਨਹੀਂ ਸਕਦੇ ਅਸੀਂ। ਤੇ ਇੱਥੇ ਇੱਕ ਬੰਦਾ ਕੰਮ ਕਰਦਾ ਆ, ਉਹਦਾ ਮਨ ਪਰੇਸ਼ਾਨ ਰਹਿੰਦਾ ਆ, ਬੱਚੇ ਪੜ੍ਹਦੇ ਆ ਉਹਦੇ, ਘਰ ਦੀਆਂ ਕਿਸ਼ਤਾਂ ਨੇ, ਕਾਰ ਦੀਆਂ ਕਿਸ਼ਤਾਂ ਨੇ, ਹੋਰ ਕਿਸ਼ਤਾਂ ਨੇ, ਉਹਨੂੰ ਪਤਾ ਹੀ ਨਹੀਂ ਵੀ ਮੈਂ ਕੱਲ ਨੂੰ ਕੰਮ ਤੇ ਜਾ ਸਕਦਾ ਜਾਂ ਨਹੀਂ ਸਕਦਾ। ਇਹ ਸਭ ਤੋਂ ਵੱਡੀ ਜਿਹੜੀ ਟ੍ਰੈਜੇਡੀ ਆ। ਜੀ ਜੀ। ਸੋ ਇਹਨਾਂ ਗੱਲਾਂ ਨੂੰ ਦੇਖਦੇ ਜੇ ਤੁਸੀਂ ਕੈਨੇਡਾ ਨੂੰ ਕੰਪੇਅਰ ਕਰਦੇ ਆ ਦੂਸਰੇ ਡਿਵੈਲਪਡ ਕੰਟਰੀ ਨਾਲ, ਜੀ, ਤੇ ਸਾਡਾ ਇਸ ਵੇਲੇ ਡਾਲਰ ਵੀ ਸਾਡਾ ਥੱਲੇ ਗਿਆ ਹੈ ਬਿਲਕੁਲ। 75 ਸੈਂਟ ਮਿਲਦੇ ਆ। ਇੱਕ ਸਟੀਫਨ ਹਾਰਪਰ ਦੇ ਸਮੇਂ ਤੇ ਥੋੜਾ ਚਿਰ ਪਹਿਲਾਂ, ਕੋਈ 15 ਸਾਲ ਪਹਿਲਾਂ, ਸਾਡਾ ਡਾਲਰ ਵੱਡਾ ਹੁੰਦਾ ਸੀ। ਜੇ US ਦਾ ਡਾਲਰ ਲੈਣਾ ਤੇ ਸਾਡਾ ਵੱਡਾ ਡਾਲਰ ਸੀ। ਓਕੇ। ਇੱਕ ਅਸੀਂ ਜਾਂਦੇ ਸੀ US ਨੂੰ ਤਾਂ ਸਾਨੂੰ $1 3 ਸੈਂਟ ਮਿਲਦੇ ਹੁੰਦੇ ਸੀ। ਜੀ। ਹੁਣ ਜਾਂਦੇ ਆ ਤਾਂ ਸਾਡੇ ਡਾਲਰ ਉਹ ਕਹਿੰਦੇ ਹੋਰ ਛੰਗਿਆ ਜਾਂਦਾ। ਸੋ ਕੰਪੈਰੀਟਿਵਲੀ ਸਾਡਾ ਲੂਜ਼ਰ। ਜਿਹੜੀਆਂ ਸਾਡੇ ਸੇਵਾਵਾਂ ਹੁੰਦੀਆਂ ਸੀ, ਮੈਡੀਕਲ ਬਹੁਤ ਰੌਲਾ ਪਾਉਂਦੇ ਹੁੰਦੇ ਸੀ, ਤਾਂ ਉਹ ਕਲੈਪਸ ਹੀ ਹੋ ਗਈਆਂ, ਪੱਠੇ ਬੈਠ ਗਿਆ। ਜਦੋਂ ਪੈਂਡੈਮਿਕ ਚ ਲੋੜ ਪਈ ਆ ਨਾ, ਉਸ ਵੇਲੇ ਪਤਾ ਲੱਗਾ ਵੀ ਜੇ ਤੇ ਅਸੀਂ ਮਾਨ ਕਰਦੇ ਸੀਗੇ, ਸ਼ਰਤਾਂ ਲਾਉਂਦੇ ਫਿਰਦੇ ਸੀ, ਸਾਡਾ ਸਿਸਟਮ ਵਧੀਆ, ਉਹ ਕਮੀ ਨਹੀਂ ਕੀਤਾ। ਬਿਲਕੁਲ। ਸੋ ਆਲ ਇਨ ਆਲ ਕੈਨੇਡਾ ਨੂੰ ਕੋਈ ਏਦਾਂ ਦੀ ਦੁਆਰਾ ਲੀਡਰਸ਼ਿਪ ਦੀ ਲੋੜ ਆ। ਨਹੀਂ ਤਾਂ ਤੁਹਾਨੂੰ ਦੱਸਦਾ ਨਾ, ਜਿਹੜੀ 1918 ਦੇ ਵਿੱਚ, 1919 ਦੇ ਵਿੱਚ ਅਰਜਨਟੀਨਾ ਤੇ ਕੈਨੇਡਾ ਬਰਾਬਰ ਸੀ। ਇਹਨਾਂ ਦੀ GDP ਵੀ ਬਰਾਬਰ ਸੀ, ਇਹਨਾਂ ਦੀ ਪਰ ਕੈਪੀਟਾ ਵੀ ਬਰਾਬਰ ਸੀ। ਜੀ। ਉਹਨਾਂ ਦੇ ਬਾਅਦ ਲੀਡਰਸ਼ਿਪ ਇੰਨੀ ਮਾੜੀ ਆਈ ਅਰਜਨਟੀਨਾ ਦੇ ਵਿੱਚ, ਅੱਜ ਉਹ ਥੱਲੇ ਗਏ ਆ, ਕੈਨੇਡਾ ਇੱਥੇ ਆ ਕੇ ਬੈਠਾ। ਹੁਣ ਅਗਲੇ 100 ਸਾਲਾਂ 'ਚ ਇਹੀ ਕੁਝ ਕੈਨੇਡਾ ਨਾਲ ਵੀ ਹੋ ਸਕਦਾ। ਬਿਲਕੁਲ। ਕਿਉਂਕਿ ਤੁਸੀਂ ਦੇਖੋ ਵੀ ਆਲੇ ਦੁਆਲੇ ਮੁਲਕਾਂ ਦੇ ਵਿੱਚ ਕੀ ਹੋ ਰਿਹਾ। ਜੇ ਉਹ ਤਾਂ ਨੂੰ ਜਾਂਦੇ ਆ ਜਾਂ ਠਾਹ ਨੂੰ ਜਾਂਦੇ ਆ, ਅਸੀਂ ਵੀ ਤਾਂ ਤੇ ਠਾਹ ਨੂੰ ਜਾ ਸਕਦੇ ਹਾਂ। ਕਦੇ ਸਥਿਰ ਨਹੀਂ ਰਹਿੰਦੀ ਚੀਜ਼। ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਨਵੇਂ ਦਸਤਾਵੇਜ਼ ਜਾਰੀ ਹੋਏ ਆ, ਜਿਹਦੇ ਇਹ ਕਹਿੰਦੇ ਆ ਕਿ ਪਿਛਲੇ 35-40 ਸਾਲਾਂ ਤੋਂ ਸਾਡਾ ਖੁਫੀਆ ਤੰਤਰ ਜਿਹੜਾ ਹੈ ਉਹ ਚੀਨੀ ਦਖਲਅੰਦਾਜ਼ੀ ਤੇ ਨਜ਼ਰ ਰੱਖ ਰਿਹਾ ਹੈ। ਅੱਖਾਂ ਮੀਚ ਕੇ ਰੱਖ ਰਿਹਾ ਹੈ ਕਿ ਖੋਲ ਕੇ? ਇਹ ਕਹਿੰਦੇ ਕਿ 1986 ਤੋਂ ਚਾਈਨਾ ਵਾਲੇ ਸਾਡੇ ਤੇ ਜਿਹੜੀ ਇੰਟਰਫੀਰੈਂਸ ਕਰ ਰਹੇ ਆ ਜੀ। ਹੁਣ ਇਹ ਦੋ ਗੱਲਾਂ ਵੱਖਰੀਆਂ ਆ। ਇੱਕ ਤਾਂ ਹੁੰਦੀ ਹੈ ਕਿ ਦੇਸ਼ ਇੰਟੈਲੀਜੈਂਸ ਗੈਦਰਿੰਗ ਕਰਦੇ ਰਹਿੰਦੇ ਹਮੇਸ਼ਾ ਜੀ। ਇਹ ਅੱਜ ਦੇ ਨਹੀਂ ਕਰਦੇ, ਮਤਲਬ ਬਿਲਕੁਲ ਬਾਬੇ ਆਦਮ ਦੇ ਵੇਲੇ ਦੇ ਕਰਦੇ ਜੀ ਜੀ। ਤੁਸੀਂ ਪੁਰਾਣੇ ਰਾਈਟਰਸ ਨੂੰ ਪੜ੍ਹ ਕੇ ਦੇਖ ਲਓ, ਉਹਨਾਂ ਦੇ ਵਿੱਚੋਂ ਦੋ ਗੱਲਾਂ ਜ਼ਰੂਰ ਕਰਦੇ ਆ ਕਿ ਤੁਸੀਂ ਆਪਣੇ ਪਾਪੂਲੇਸ਼ਨ ਤੇ ਕੰਟਰੋਲ ਰੱਖਣਾ ਤੇ ਜਸੂਸੀ ਕਰੋ ਜੀ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਲੋਕੀ ਕੀ ਸੋਚਦੇ ਆ। ਤਾਂ ਦੂਸਰਾ, ਜੇ ਬਾਹਰਲਿਆਂ ਦੇ ਹਮਲਿਆਂ ਤੋਂ ਬਚਣਾ ਹੈ ਤਾਂ ਉਹਨਾਂ ਤੇ ਨਿਗਾਹ ਰੱਖੋ। ਸੋ ਇੰਟੈਲੀਜੈਂਸ ਲੈਵਲ ਤੇ ਇੰਟਰਫੀਰੈਂਸ ਹੁੰਦੀ ਸੀ ਹਮੇਸ਼ਾ ਹੀ ਜੀ, ਜਿਹੜੀ ਕਿ ਉਹ ਸ਼ਾਇਦ
1949 ਦੀ ਕਰਦੇ ਹੋਣੇ। ਤੇ ਦੂਸਰੀ ਹੈਗੀ ਪੋਲੀਟੀਕਲ ਇੰਟਰਫੀਰੈਂਸ। ਇਹ ਇੱਕ ਵੱਖਰੇ ਤਰੀਕੇ ਨਾਲ ਕਰ ਰਹੇ ਆ। ਹਾਲਾਂਕਿ ਇਹ ਜ਼ਰੂਰੀ ਨਹੀਂ ਕਿ 1986 ਚ ਸ਼ੁਰੂ ਹੋਇਆ ਹੋਵੇ ਜੀ। ਉਹ ਹੈਗਾ ਕਿ ਜਿਹੜੀ ਤੁਹਾਡੀ ਪਾਪੂਲੇਸ਼ਨ ਇੱਕ ਜਗ੍ਹਾ ਤੋਂ ਆ ਕੇ ਦੂਸਰੀ ਜਗ੍ਹਾ ਤੇ ਰਹਿੰਦੀ ਆ, ਉਹਦਾ ਦੇਸ਼ ਸਮਝਦਾ ਕਿ ਇਹ ਬੰਦੇ ਅਸੀਂ ਵਰਤ ਸਕਦੇ ਆ ਇਹਨਾਂ ਤੋਂ ਇੰਟੈਲੀਜੈਂਸ ਲੈਣ ਲਈ ਜੀ। ਤੇ ਚੀਨ ਤੋਂ ਆ ਰਹੇ ਬੰਦੇ, ਤਾਂ ਉਸ ਵੇਲੇ ਚੀਨ ਵਾਲੇ ਸੋਚਦੇ ਸੀ ਕਿ ਜਿਹੜਾ ਹਾਂਗਕਾਂਗ ਆ ਉਹਨਾਂ ਨੂੰ ਵਾਪਸ ਮਿਲ ਜਾਣਾ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਮਿਲਿਆ, ਪਰ ਉਦੋਂ ਕਾਰਵਾਈ ਸ਼ੁਰੂ ਹੋ ਗਈ ਸੀ ਕਿ ਇੰਗਲੈਂਡ ਨੇ ਉਹਨਾਂ ਨੂੰ ਚੀਨ ਜਿਹੜਾ ਵਾਪਸ ਦੇ ਜਿਹੜਾ ਹਾਂਗਕਾਂਗ ਆ ਜਿਹੜਾ ਵਾਪਸ ਦੇ ਦੇਣਾ। ਸੋ ਉਹਨਾਂ ਨੇ ਵਧੀਆ ਤਰੀਕਾ ਇਹ ਸੀ ਕਿ ਜਿਹੜੇ ਸਾਡੇ ਬੰਦੇ ਉੱਥੇ ਜਾ ਕੇ ਰਹਿੰਦੇ ਆ ਤਾਂ ਇਹਨਾਂ ਤੋਂ ਇੰਟੈਲੀਜੈਂਸ ਲਈ ਜਾਵੇ ਜੀ, ਜਾਂ ਇਹਨਾਂ ਨੂੰ ਵਰਤਿਆ ਜਾਵੇ ਜੀ। ਪੋਲੀਟੀਕਲ ਸਾਡੇ ਹੁਣ ਇਨਫਲੂਐਂਸ ਤੁਸੀਂ ਕਰਨਾ ਆ, ਪਾਰਲੀਮੈਂਟ ਦੇ ਵਿੱਚ ਵੜੋ, ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਵੜੋ, ਬਿਊਰੋਕ੍ਰੇਸੀ ਦੇ ਵਿੱਚ ਵੜੋ, ਤੇ ਉਹਨਾਂ ਦੇ ਕੋਲੋਂ ਕਿੰਨਾ ਕੁ ਲੈ ਸਕਦੇ ਆ, ਕਿਸ ਤਰੀਕੇ ਦੇ ਨਾਲ ਤੁਸੀਂ ਪਾਰਲੀਮੈਂਟ ਦੇ ਵਿੱਚ ਵੜ ਸਕਦੇ ਆ, ਜਾਂ ਕਿਹੜੀਆਂ ਪਾਰਟੀਆਂ ਨੂੰ ਸਪੋਰਟ ਕਰ ਸਕਦੇ ਆ। ਇੱਕ ਮੌਂਕ ਰਿਸਰਚ ਸੈਂਟਰ ਹੈ UofT ਦਾ ਟੋਰਾਂਟੋ ਦੇ ਵਿੱਚ ਜੀ ਜੀ, ਉਹਨਾਂ ਨੇ ਇੱਕ ਥਿਊਰੀ ਕੱਢੀ ਸੀ। ਉਹ ਕਹਿੰਦੇ ਉਹ ਬੜੀ ਵਾਜਬ ਗੱਲ ਲੱਗਦੀ ਹੈ ਕਿ ਚੀਨ ਦੀ ਕਮਿਊਨਿਸਟ ਪਾਰਟੀ ਨੇ ਇੱਕ ਫਿਲਾਸਫੀ ਹੁੰਦੀ ਸੀ ਇਹਨਾਂ ਦੀ ਕਿ ਬੇਸਿਕਲੀ ਤਾਂ ਇਹ ਦੂਸਰੀਆਂ ਪਾਰਟੀਆਂ ਵੀ ਕਰਦੀਆਂ ਹੋਣੀਆਂ ਕਿ ਤੁਸੀਂ ਦੇਖੋ ਕਿ ਤੁਹਾਡੇ ਦੁਸ਼ਮਣ ਪਹਿਲਾਂ ਕਿੰਨੇ ਆ ਜੀ, ਤੁਹਾਨੂੰ ਕਿਹੜਾ ਕਿਹੜਾ ਰੋਕਦਾ ਆ। ਫੇਰ ਹਮੇਸ਼ਾ ਤੁਸੀਂ ਸਾਰੇ ਦੁਸ਼ਮਣਾਂ ਨਾਲ ਨਹੀਂ ਲੜ ਸਕਦੇ ਜੀ। ਜੇ 12 ਬੰਦੇ ਆ ਉਹਨਾਂ ਨੇ ਸਾਰਿਆਂ ਨਾਲ ਨਹੀਂ ਲੜ ਸਕਦੇ। ਹੁਣ ਉਹਨਾਂ ਨੂੰ ਦੇਖੋ ਵੀ ਇਹਨਾਂ ਦੇ ਵਿੱਚੋਂ ਤੁਹਾਡਾ ਮੇਨ ਦੁਸ਼ਮਣ ਕਿਹੜਾ ਹੈ। ਮੁੱਖ ਦੁਸ਼ਮਣ ਨੂੰ ਆਈਸੋਲੇਟ ਕਰੋ, ਦੂਸਰਿਆਂ ਨੂੰ ਕੋਸ਼ਿਸ਼ ਕਰੋ ਕਿ ਉਹਨਾਂ ਦੇ ਨਾਲ ਰਲ ਕੇ ਇਹਨੂੰ ਆਈਸੋਲੇਟ ਕਰੀਏ ਅਸੀਂ, ਉਹਨਾਂ ਨੂੰ ਹਰਾਓ। ਤੁਸੀਂ ਜੇ ਇਦਾਂ ਕਰ ਲਈ ਵੀ 12 ਦੁਸ਼ਮਣ ਤਾਂ 12 ਦੇ ਨਾਲ ਲੜਨਾ ਪਏ, ਤੁਸੀਂ ਹਾਰ ਜਾਣਾ। ਹਾਰਨਾ ਜਿੱਤਣਾ ਤਾਂ ਹੀ ਆ ਜੇ ਤੁਸੀਂ ਇਕੱਲੇ ਉਹਦੇ ਨਾਲ ਹੀ ਜਿਹੜਾ ਮੇਨ ਦੁਸ਼ਮਣ ਹੋਵੇ। ਜਿਵੇਂ ਚੀਨ ਨੇ ਇੱਕ ਜ਼ਮਾਨੇ 'ਚ ਕਿਹਾ ਸੀ ਵੀ ਜਿਹੜਾ ਮੇਨ ਦੁਸ਼ਮਣ ਹੈ ਉਹ ਜਾਪਾਨੀ ਆ, ਜਿਹੜੇ ਜਾਪਾਨੀ ਸਾਡੇ ਤੇ ਕਬਜ਼ਾ ਕਰਕੇ ਬੈਠੇ ਆ। ਹਾਲਾਂਕਿ ਉਹਨਾਂ ਦੇ ਜ਼ੁਲਮ ਜਿਹੜਾ ਉਹ ਤਾਂ ਕਰਦਾ ਸੀ ਚਾਂਗ ਕਾਈ ਸ਼ੈਕ, ਉਹਨਾਂ ਦਾ ਪ੍ਰੈਜ਼ੀਡੈਂਟ ਜੀ, ਤਾਂ ਹੋਰ ਵੀ ਤਾਕਤਾਂ ਸੀ ਜਿਹੜੀਆਂ ਉਹਦੇ ਨਾਲ ਸੀ। ਚਾਂਗ ਕਾਈ ਸ਼ੈਕ ਨੂੰ ਇੱਕ ਵਾਰੀ ਫੜ ਵੀ ਲਿਆ ਸੀ, ਕਮਿਊਨਿਸਟ ਪਾਰਟੀ ਆਫ ਚਾਈਨਾ ਨੇ ਉਹਨੂੰ ਫੜ ਲਿਆ ਸੀ। ਤੇ ਉਹ ਲੋਕਲ ਜਿਹੜੇ ਬੰਦੇ ਸੀ ਉਹ ਕਹਿੰਦੇ ਸੀ ਵੀ ਇਹਨੂੰ ਫੜ ਕੇ ਮਾਰ ਦਈਏ ਹੁਣ। ਤੇ ਉਹ ਮਾਓ ਜ਼ੇਡੁੰਗ ਨੇ ਉਹਨਾਂ ਨੂੰ ਕਿਹਾ ਵੀ ਨਹੀਂ, ਇਹਨੂੰ ਮਾਰਨਾ ਨਹੀਂ, ਇਹਨੂੰ ਛੱਡ ਦਿਓ। ਇਹ ਦੁਸ਼ਮਣ ਜਿਹੜਾ ਨੰਬਰ 1 ਇਹ ਨਹੀਂ ਹੈ, ਦੁਸ਼ਮਣ ਹੈਗੇ ਜਾਪਾਨੀ। ਅਸੀਂ ਇਹਨੂੰ ਮਨਾਉਣਾ ਆ ਵੀ ਤੂੰ ਸਾਡੇ ਨਾਲ ਰਲ ਕੇ ਤਾਂ ਇਹ ਜਾਪਾਨੀਆਂ ਦੇ ਖਿਲਾਫ ਲੜਾਈ ਕਰ। ਚੀਨ ਦੇ ਹਿੱਤ ਦੇ ਵਿੱਚ ਇਹ ਆ, ਆਪਣੇ ਲੋਕਾਂ ਦੇ ਹਿੱਤ ਦੇ ਵਿੱਚ ਇਹ ਆ ਜੀ। ਉਹਨਾਂ ਨੇ ਐਕਚੁਅਲੀ ਫਿਰ ਫੋਰਸ ਕੀਤਾ ਉਹਨੂੰ, ਬੰਦੇ ਨੂੰ, ਵੀ ਤੂੰ ਸਾਡੇ ਨਾਲ ਐਗਰੀਮੈਂਟ ਸਾਈਨ ਕਰ, ਅਸੀਂ ਤੈਨੂੰ ਮਾਰਦੇ ਨਹੀਂ, ਤੂੰ ਬਾਹਰ ਜਾ ਕੇ ਜੋ ਵੀ ਕਰਨਾ ਕਰੀ ਜਾਈਂ, ਪਰ ਜਾਪਾਨੀਆਂ ਨਾਲ ਲੜਨ ਲਈ ਸਾਡੇ ਨਾਲ ਰਲ ਜਾ। ਸਾਡੀ ਦੁਸ਼ਮਣੀ ਇੱਕ ਦੂਜੇ ਨਾਲ ਹੈਗੀ ਆ, ਜੁਦੀ ਆ ਬਿਲਕੁਲ, ਪਰ ਜਿਹੜੇ ਜਾਪਾਨੀ ਆ ਕੇ ਸਾਡੇ ਤੇ ਹਮਲੇ ਕਰਕੇ ਬੈਠੇ ਆ, ਕਬਜ਼ਾ ਕਰਕੇ ਬੈਠੇ ਆ, ਇਹਨਾਂ ਨੂੰ ਕੱਢੀਏ ਆਪਾਂ ਜੀ, ਫਿਰ ਦੇਖਾਂਗੇ ਇੱਕ ਦੂਜੇ ਨਾਲ। ਤੇ ਉਹ ਐਕਚੁਅਲੀ ਉਹਨੇ ਸਾਈਨ ਕੀਤੇ ਐਗਰੀਮੈਂਟ ਤੇ, ਉਦੋਂ ਬਾਅਦ ਲੜਿਆ ਵੀ ਉਹ ਜੀ। ਤੇ ਇਹ ਜਿਹੜੀ ਉਹੀ ਪਾਲਿਸੀ ਜਿਹੜੀ ਇੱਥੇ ਅਪਣਾਉਂਦੇ ਆ ਕਿ ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚੋਂ ਬੰਦਿਆਂ ਨੂੰ ਦੱਸਦੇ ਆ ਵੀ ਤੁਸੀਂ ਦੇਖੋ ਵੀ ਤੁਹਾਡੇ ਕਿਹੜੀਆਂ ਪਾਰਟੀਆਂ ਆ। ਸਾਰੀਆਂ ਪਾਰਟੀਆਂ ਕੈਨੇਡਾ ਦੇ ਹੱਕ 'ਚ ਆ, ਚੀਨ ਦੇ ਖਿਲਾਫ ਬੋਲਦੀਆਂ ਹੋਣੀਆਂ ਕਿਉਂਕਿ ਇਹਨਾਂ ਵੋਟਾਂ ਦੂਜਿਆਂ ਲੋਕਾਂ ਦੀਆਂ ਮਿਲ ਜਾਂਦੀਆਂ, ਪਰ ਇਹਨਾਂ ਦੇ ਵਿੱਚੋਂ ਸਭ ਤੋਂ ਖਤਰਨਾਕ ਕੌਣ ਆ, ਜਿਹਨੂੰ ਇਹਨੂੰ ਟਾਰਗੇਟ ਕਰੋ, ਨੰਬਰ 1 ਐਨਮੀ ਕੌਣ ਹੈ। ਤੇ ਇਹਨਾਂ ਨੇ ਫਿਰ ਐਨਾਲਿਸਿਸ ਕੀਤਾ ਵੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਜਿਹੜੀ ਆ ਸਾਡੀ ਨੰਬਰ 1 ਐਨਮੀ, ਇਹਨੂੰ ਆਈਸੋਲੇਟ ਕਰੋ। ਤੇ ਲਿਬਰਲ ਪਾਰਟੀ ਤਾਂ ਹੋਰ ਪਾਰਟੀਆਂ ਦੇ ਹਮਾਇਤੀ ਜਿਹੜੇ ਆ ਪੋਲੀਟੀਸ਼ੀਅਨ ਆ ਉਹਨਾਂ ਦੀ ਸਪੋਰਟ ਕਰੋ। ਤੇ ਇਹੀ ਗੱਲ ਸਾਡੇ ਸਾਹਮਣੇ ਆਈ ਹੈ। ਸੋ ਇਹ ਅਲੱਗ ਕਿਸਮ ਦੀ ਇੰਟਰਫੀਅਰੈਂਸ ਆ। ਇੰਟਰਫੀਅਰੈਂਸ ਪਹਿਲਾਂ ਵੀ ਜਿੱਦਾਂ ਮਕਾਰਥੀ ਕਹਿੰਦਾ ਹੁੰਦਾ ਸੀ, ਸੈਨੇਟਰ ਮਕਾਰਥੀ ਹੁੰਦੇ ਸੀ 1950 ਦੇ ਵਿੱਚ US ਦੇ ਵਿੱਚ, ਉਹਨਾਂ ਨੇ ਥਿਊਰੀ ਕੱਢੀ। ਉਹ ਕਹਿੰਦੇ ਵੀ ਜਿਹੜੇ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਜਾਂਦੇ ਆ ਨਾ, ਤੇ ਉਹ ਆਟੋਮੈਟਿਕਲੀ ਸੋਵੀਅਤ ਯੂਨੀਅਨ ਦੇ ਏਜੰਟ ਆ।
ਹੋਰ ਕੁਝ ਨਹੀਂ ਕਹਿਣਾ ਉਹਨੇ। ਬਿਲਕੁਲ। ਅੱਛਾ, ਉਹ ਕੱਲੇ ਕਮਿਊਨਿਸਟ ਪਾਰਟੀ ਦੇ ਜਿਹੜੇ ਮੈਂਬਰ ਆ ਉਹ ਹੀ ਨਹੀਂ ਆ, ਉਹਨਾਂ ਦੇ ਜੇ ਕੋਈ ਹਾਲੀਵੁੱਡ ਦੇ ਵਿੱਚ ਬੜੇ ਸਮਰਥਕ ਹੁੰਦੇ ਸੀ, ਜਿੱਦਾਂ ਇੰਡੀਆ ਦੇ ਵਿੱਚ ਇੱਕ ਜ਼ਮਾਨੇ ਦੇ ਵਿੱਚ ਕਮਿਊਨਿਸਟ ਪਾਰਟੀ ਦੇ ਜਿਹੜੇ ਸਾਡੇ ਬੰਬੇ ਫਿਲਮ ਇੰਡਸਟਰੀ ਆ, ਬਹੁਤ ਬੰਦੇ ਹੁੰਦੇ ਸੀ ਇਹਨਾਂ ਦੇ, ਹਾਲੀਵੁੱਡ ਚੋਂ। ਹਾਂਜੀ। ਰਾਈਟਰਸ ਦੇ ਐਸੋਸੀਏਸ਼ਨ ਕੰਟਰੋਲ ਕੀਤੀ ਹੁੰਦੀ ਸੀ, ਟੀਚਰਸ ਦੀ ਐਸੋਸੀਏਸ਼ਨ ਕੰਟਰੋਲ ਕੀਤੀ ਹੁੰਦੀ ਸੀ। ਉਹ ਕਹਿੰਦੇ ਵੀ ਇੱਕ ਜਗ੍ਹਾ ਥੋੜੋ ਹੈ, ਇਹ ਅੰਦਰੋਂ ਫਿਰ ਏਜੰਟੀ ਦਾ ਕੰਮ ਕਰਦੇ ਆ। ਸੋਵੀਅਤ ਯੂਨੀਅਨ ਦੇ ਏਜੰਟ ਕੱਲੇ ਉਹੋ ਹੀ ਨਹੀਂ ਆ ਜਿਹੜੇ ਉਹਨੂੰ ਇੰਟੈਲੀਜੈਂਸ ਅਫਸਰ ਇੱਥੇ ਭੇਜਦੇ ਆ, ਆਹ ਬੰਦੇ ਵੀ ਉਹਨਾਂ ਨੂੰ ਦੱਸਦੇ ਆ। ਬਿਲਕੁਲ। ਤੇ ਉਹਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਕਿ ਜਿਹੜਾ ਵੀ ਕਮਿਊਨਿਸਟ ਸਿੰਪਥਾਈਜ਼ਰ ਹੈ ਉਹਨੂੰ ਕੱਢ ਦਿਓ। ਤਾਂ ਉਹਨੇ ਕੱਢੇ ਵੀ ਐਕਚੁਅਲੀ। ਪਜਾਮਿਆਂ ਦੇ ਵਿੱਚ ਬਹੁਤ ਵੱਡਾ ਇੱਕ ਮੂਵਮੈਂਟ ਚਲਾਈ ਉਹਨੇ ਸਰਕਾਰ ਦੇ ਵਿੱਚ। ਉਹਦੇ ਬਾਅਦ ਦੇ ਵਿੱਚ ਉਹਨੂੰ ਜਿਹੜਾ ਜ਼ਿਆਦਾ ਹੀ ਅੱਗੇ ਚੱਲ ਗਿਆ, ਫਿਰ ਸਿਵਲ ਲਿਬਰਟੀਜ਼ ਵਾਲਿਆਂ ਨੇ ਬੜਾ ਰੌਲਾ ਪਾਇਆ ਵੀ ਥੋੜਾ ਜਿਹਾ ਇਹਨੂੰ ਰੋਕੋ, ਨਹੀਂ ਤਾਂ ਜ਼ਿਆਦਾ ਲੜਾਈ ਹੋ ਜਾਣੀ ਸਾਡੇ ਇੰਟਰਨਲ। ਤੇ ਫਿਰ ਉਹਨੂੰ ਰੋਕਿਆ ਜੀ। ਪਰ ਸੋ ਰਿਪੋਰਟ ਕੋਈ ਨਵੀਂ ਗੱਲ ਨਹੀਂ ਹੈ ਵੀ ਇਹ ਚਾਈਨਾ ਵਾਲੇ ਇੰਟਰਫੀਅਰੈਂਸ ਕਰਦੇ, ਸਾਰੇ ਹੀ ਦੇਸ਼ ਕਰਦੇ। ਜਿਨ੍ਹਾਂ ਦੇ ਹੁਣ ਇੱਕ ਤਰੀਕਾ ਲੱਭਾ ਇਹਨਾਂ ਨੂੰ, ਜਦੋਂ ਤੁਹਾਡੇ ਕਾਫੀ ਸਾਈਜ਼ ਹੋ ਜਾਂਦਾ ਉਹਨਾਂ ਦਾ ਨਾ, ਇੱਕ ਕਮਿਊਨਿਟੀ ਇੱਕ ਦੇਸ਼ ਤੋਂ ਉੱਠ ਕੇ ਆਈ ਹੈ ਜੀ, ਤਾਂ ਉਹਦੇ ਵਿੱਚ ਵੜ ਕੇ ਉਹ ਸੌਖਾ ਹੈ ਵੀ ਇਹ ਹੁਣ ਇਹ ਤਾਂ ਇੱਥੇ ਦੇ ਸਿਟੀਜ਼ਨ ਬਣ ਗਏ। ਇਹ ਹਰ ਇੱਕ ਗੱਲ ਕਰ ਸਕਦੇ। ਸਿਟੀਜ਼ਨ ਜਿਹੜੇ ਆ ਉਹ ਅਫੀਸ਼ੀਅਲ ਦੇ ਵਿੱਚ ਵੜ ਸਕਦੇ, ਸਿਵਲ ਸਰਵਿਸ ਦੇ ਵਿੱਚ ਜਾ ਸਕਦੇ ਆ, ਮਿਲਟਰੀ ਦੇ ਵਿੱਚ ਜਾ ਸਕਦੇ ਆ ਜੀ, ਤੇ ਪੋਲਿਟਿਕਸ ਦੇ ਵਿੱਚ ਜਾ ਸਕਦੇ ਆ। ਤੇ ਇਹਨਾਂ ਨੂੰ ਵਰਤੋ, ਆਪਣੇ ਹੱਕ ਦੇ ਵਿੱਚ ਵਰਤੋ। ਬਿਲਕੁਲ। ਉਹ ਇੱਕ ਕੱਲੇ ਚਾਈਨਾ ਵਾਲੇ ਨਹੀਂ ਕਰਦੇ, ਸਾਰੀਆਂ ਪਾਰਟੀਆਂ ਕਰਦੀਆਂ। ਹੁਣ ਪਿੱਛੇ ਜਾਏ ਸਾਡੇ ਸੀਐਸਐਸ ਦਾ ਚੀਫ ਜਿਹੜਾ ਸੀ ਜੀ, ਉਹਨੇ ਜਦੋਂ ਹਾਊਸ ਆਫ ਕਾਮਨਸ ਦੀ ਕਮੇਟੀ ਨੂੰ ਕਿਹਾ, ਉਹ ਕਹਿੰਦਾ ਵੀ ਤੁਸੀਂ ਇਹ ਗੱਲ ਦੇ ਭੁਲੇਖਾ ਨਾ ਰੱਖਿਓ ਵੀ ਚੀਨ ਨਾਲ ਹੀ ਕਰਦੇ ਆ ਜੀ। ਸਾਰੇ ਦੇਸ਼ ਜਿਨ੍ਹਾਂ ਦੇ ਲੋਕੀ ਰਹਿੰਦੇ ਆ ਇੱਥੇ ਨਾ, ਵੱਡੀ ਗਿਣਤੀ 'ਚ ਖਾਸ ਤੌਰ ਤੇ ਰਹਿੰਦੇ ਆ, ਉਹ ਕਹਿੰਦੇ ਕਿ ਇਹਨਾਂ ਨੂੰ ਸਾਰੇ ਹੀ ਇੰਟਰਫੀਅਰ ਕਰਦੇ, ਇਹਨਾਂ ਨੂੰ ਵਰਤਦੇ ਆ, ਯੂਜ਼ ਕਰਦੇ ਆ ਕਿ ਸਾਡੇ ਹਿੱਤ ਦੇ ਵਿੱਚ ਆਉਣੇ। ਹੁਣ ਇੰਡੀਆ ਦਾ ਵੀ ਬੜਾ ਨਾਮ ਇਸ ਮਸਲੇ ਤੇ ਲਿਆ ਜਾਂਦਾ ਵੀ ਇੰਡੀਆ ਦਾ ਨਾਮ ਹੁੰਦਾ ਸੀ, ਚੀਨ ਤੋਂ ਬਾਅਦ ਇੰਡੀਆ ਦਾ ਨਾਮ ਆਉਂਦਾ ਜੀ, ਆਉਂਦਾ। ਬਿਲਕੁਲ। ਸੋ ਡਾਕਟਰ ਸਾਹਿਬ, ਅਸੀਂ ਅਗਲੀ ਖਬਰ ਵੱਲ ਵਧਦੇ ਹਾਂ। ਸਾਡਾ ਜਿਹੜਾ ਹਾਲ ਹੀ ਦੇ ਜਿਹੜਾ ਸਾਲਾਂ ਦੇ ਵਿੱਚ ਅਲਬਰਟਾ ਦੇ ਵਿੱਚ ਪਸ਼ੂਆਂ ਦੀ ਚੋਰੀ ਬਹੁਤ ਹੋਈ ਹੈ ਜੀ, ਉਹਦਾ ਕੀ ਕਾਰਨ ਹੈ ਜੀ? ਆਪਣੇ ਕਹਿੰਦੇ ਹੁੰਦੇ ਆ, ਇੱਕ ਵਾਰੀ ਤੁਹਾਨੂੰ ਯਾਦ ਹੋਣਾ, ਇੰਡੀਆ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਜੀ ਦਾ ਇੱਕ ਕਪਲਾ ਹੋਇਆ ਸੀ। ਉਹ ਕਹਿੰਦੇ ਸੀ ਚਾਰਾ ਘਟਾਲਾ, ਪਸ਼ੂਆਂ ਦਾ ਚਾਰਾ ਵੀ ਖਾ ਗਿਆ ਹੈ। ਤੇ ਇੱਥੇ ਚੋਰੀਆਂ ਅਸੀਂ ਸਮਝਦੇ ਹਾਂ ਵੀ ਕੰਪਿਊਟਰ ਚੋਰੀ ਹੁੰਦੇ ਹੋਣੇ, ਜੁਐਲਰੀ ਚੋਰੀ ਹੁੰਦੀ ਹੋਣੀ ਆ, ਤੇ ਜਿਹੜੇ ਕੰਮ ਕਰਦੇ ਆ ਕੰਸਟਰਕਸ਼ਨ ਦਾ, ਉਹਨਾਂ ਨੂੰ ਪਤਾ ਕਿ ਲੋਕੀ ਵੈਨਾਂ ਦੇ ਵਿੱਚੋਂ ਇਹਨਾਂ ਦਾ ਸਮਾਨ ਚੱਕ ਕੇ ਲੈ ਜਾਂਦੇ ਇੱਥੇ ਅਲਬਰਟਾ ਜਿੱਥੇ ਬਹੁਤ ਗਾਈਆਂ ਆ, ਹੁਣ ਗਾਈਆਂ ਦਾ ਮੀਟ ਬੜਾ ਮਹਿੰਗਾ ਮਿਲਦਾ। ਜਿਹੜਾ ਅੱਗੇ ਸਸਤਾ ਮੀਟ ਹੁੰਦਾ ਸੀ ਇਹਨਾਂ ਦਾ, ਹੁਣ ਸਭ ਤੋਂ ਜ਼ਿਆਦਾ ਇਹਨਾਂ ਦੀ ਪ੍ਰਾਈਸ ਸ਼ੂਟ ਹੋਈ ਆ ਜੀ। ਤੁਸੀਂ ਇੱਕ ਸਟੇਕ ਲੈ ਕੇ ਆਉਣੇ ਰੈਬਾਈ ਵਗੈਰਾ ਦੀ, ਤਾਂ ਉਹ $30-35 ਦੀ ਇਹਦਾ ਹੱਥ 'ਚ ਲੈ ਕੇ ਜਾ ਸਕਦੇ ਤੁਸੀਂ ਜੀ। ਤੇ ਉਸ ਮੀਟ ਦੀ ਵਿਕਰੀ ਬਹੁਤ ਜ਼ਿਆਦਾ ਹੋਈ ਆ। ਹੁਣ ਲੋਕੀ ਥੋੜੇ ਜਿਹੇ ਸਸਤੀ ਵੀ ਚਾਹੁੰਦੇ ਆ, ਤਾਂ ਸਸਤੀ ਇਹੀ ਵੇਚ ਸਕਦੇ ਜਿਹੜੇ ਚੋਰੀ ਦਾ ਮਾਲ ਵਾਲੇ ਜੀ। ਆਪਣੇ ਕਹਿੰਦੇ ਨੇ ਲੰਡੇ ਵਾਲਾ, ਜਿਹੜਾ ਲੰਡੇ ਦਾ ਬਾਜ਼ਾਰ ਆ, ਉੱਥੇ ਸਸਤੀਆਂ ਚੀਜ਼ਾਂ ਮਿਲਦੀਆਂ, ਅੱਧੀਆਂ ਤਾਂ ਉਹਨਾਂ ਦੇ ਚੋਰੀ ਦੀਆਂ ਹੁੰਦੀਆਂ। ਤੇ ਚੋਰੀ ਦੇ ਕੱਪੜੇ ਉਹ ਡਾਂਗਾਂ ਦੇ ਗਾਜ ਦੇ ਨਾਲ ਇਹ ਦਿੰਦੇ ਆ। ਤੇ ਜਿਹੜੇ ਐਕਚੁਅਲੀ ਅਸੀਂ ਏਡ ਉਹ ਲੋਕ ਕਰਦੇ ਆ ਜਦੋਂ ਤੁਸੀਂ ਸਸਤੀ ਨੂੰ ਪੈਨੇ ਆ। ਇੱਥੇ ਆਮ ਤੌਰ ਤੇ ਮਿਲ ਜਾਂਦੇ ਤੁਹਾਨੂੰ ਬੰਦੇ ਜਿਨ੍ਹਾਂ ਨੇ ਲਿਕਰ ਚੋਰੀ ਕੀਤੀ ਹੁੰਦੀ ਹੈ ਜੀ। ਉਹ ਕਿਤੇ ਨਾ ਕਿਤੇ ਤਾਂ ਚੋਰੀ ਕਰਕੇ ਲਿਆਉਂਦੇ ਹੀ ਆ। ਚੋਰੀ ਕਰਕੇ ਲਿਆਉਣਗੇ ਲਿਕਰ ਸਟੋਰ ਦੇ ਵਿੱਚੋਂ, ਜਾਂ ਜਿੱਥੇ ਡਿਸਟ੍ਰੀਬਿਊਸ਼ਨ ਸਿਸਟਮ ਹੋਵੇ ਉੱਥੋਂ ਚੋਰੀ ਕਰਦੇ ਆ। ਤਾਂ ਜਿਹੜੀ ਬੋਤਲ ਤੁਹਾਨੂੰ $50 ਦੀ ਮਿਲਦੀ ਆ, ਉਹ 25 ਦੇਣ ਨੂੰ ਤਿਆਰ ਹੈ। ਤੇ 25 ਦੀ ਜਿਹੜਾ ਖਰੀਦ ਰਿਹਾ ਉਹਨੂੰ ਪਤਾ ਵੀ ਇਹ 50 ਦੀ ਹੈ। ਜੇ ਉਹ ਨਹੀਂ ਖਰੀਦਦਾ ਤੇ ਇਹ ਚੋਰ ਦੀ ਅੱਗੇ ਹਿੰਮਤ ਨਹੀਂ ਪਊਗੀ। ਹੁਣ ਜਿਹੜੇ ਇੱਕ ਸਟੇਕ, ਵਧੀਆ ਸਟੇਕ ਕਿਸੇ ਨੂੰ $30 ਦੀ ਮਿਲਦੀ ਹੈ, ਇੱਕ ਪਾਸੇ ਚੋਰੀ ਦੀ ਗਾਂ ਕਰਕੇ ਉਹ 15 ਦੀ ਦੇ ਰਿਹਾ, ਉਹ ਖਰੀਦਣ ਵਾਲਾ ਉਹਨੂੰ ਅਕਸਾਰ ਰਿਹਾ ਨਾ। ਬਿਲਕੁਲ।
ਜੇ ਉਹ ਸੋਚਦਾ ਵੀ ਉੱਥੇ 30 ਦੀ ਸੀ, ਇਹ ਹੋ ਸਕਦਾ 25 ਹੀ ਦੇ ਦੇਵੇ, ਪਰ ਇਹ 15 ਦੀ ਜਾਂ 10 ਦੀ ਕਿੱਦਾਂ ਦੇ ਰਿਹਾ? ਬਿਲਕੁਲ ਕਿਉਂਕਿ ਹੁਣ ਚੋਰੀ ਦੀ ਗਾਂ ਆ, ਤਾਂ ਗਾਈਆਂ ਦਾ ਐਕਚੁਅਲੀ ਰਿਪੋਰਟ ਕਰਦੇ ਆ, ਫੜਦੇ ਵੀ ਆ, ਪਰ ਫਿਰ ਪਤਾ ਨਹੀਂ ਲੱਗਦਾ ਕੀ ਐਵੀਡੈਂਸ ਦੇਵੋਗੇ ਵੀ ਇਹ ਚੋਰੀ ਦੀ ਗਾਂ ਵੱਢੀ ਹੈ। ਬਿਲਕੁਲ ਉਹਦਾ ਕੋਈ ਸਬੂਤ ਤਾਂ ਰਹਿ ਨਹੀਂ ਜਾਣਾ। ਇਹਦਾ ਕਿਹੜਾ DNA ਰਿਕਾਰਡਡ ਹੈ, ਹਾਂ ਬਿਲਕੁਲ, ਜਿਹੜਾ ਤੁਸੀਂ ਕੋਰਟ ਦੇ ਵਿੱਚ ਕਿੱਦਾਂ ਸਾਬਤ ਕਰੋਗੇ ਵੀ ਆਹ ਜਿਹੜੀ ਫਲਾਨੀ ਮਿਸਟੇਕ ਸੀ ਇਹ ਚੋਰੀ ਕੀਤੀ ਗਾਂ ਦੀ ਸੀ। ਬਿਲਕੁਲ। ਸੋ ਮੇਰਾ ਖਿਆਲ ਅਖੀਰ ਦੇ ਵਿੱਚ ਜਿਹੜਾ ਕੰਜ਼ਿਊਮਰ ਆ ਨਾ, ਅਸੀਂ ਵੀ ਕਿਸੇ ਹੱਦ ਤਾਈਂ ਉਹਦੇ ਵਿੱਚ ਜ਼ਿੰਮੇਵਾਰ ਹੁੰਨੇ ਆ। ਚੋਰ ਨੇ ਚੋਰੀ ਕੀਤੀ ਆ, ਬਿਲਕੁਲ, ਉਹਨੇ ਸਮਾਨ ਵੇਚਣਾ ਸ਼ੁਰੂ ਕਰਤਾ, ਅਸੀਂ ਉਹ ਬੰਦੇ ਆ ਜਿਹੜੇ ਖਰੀਦਦੇ ਆ ਵੀ ਚੱਲ ਸਸਤੀ ਚੀਜ਼ ਆ। ਚੋਰੀ ਤਾਂ ਹੀ ਹੁੰਦੀ ਹੈ ਵੀ ਅੱਗੇ ਵਿਕਦਾ ਸਮਾਨ। ਹੁਣ ਕੰਸਟਰਕਸ਼ਨ ਵਾਲੇ ਇੱਥੇ ਸਾਡੇ ਪੰਜਾਬੀਆਂ ਦੀ ਜ਼ਿਆਦਾ ਆ, ਇਹ ਇਹਨਾਂ ਦੇ ਵਿੱਚ ਵੈਨਾਂ ਲਈਆਂ ਇਹਨਾਂ ਨੇ, ਵੈਨ ਦੇ ਵਿੱਚ ਫਿਰ ਸਾਰਾ ਸਮਾਨ ਰੱਖ ਦਿੰਦੇ ਆ, ਟੂਲਸ ਪਏ ਹੁੰਦੇ ਆ, ਤਾਂ ਚੋਰ ਆਉਂਦੇ ਆ ਟੂਲ ਚੋਰੀ ਕਰਕੇ, ਕਈ ਵਾਰੀ ਇਹਨਾਂ ਨੂੰ ਵੀ ਵੇਚ ਜਾਂਦੇ ਆ। ਉਹਨਾਂ ਦੀ ਵੀ ਆਦਤ ਪਈ ਆ ਨਾ, ਇੱਕ ਪਾਸੇ ਤਾਂ ਰੌਲਾ ਪਾਉਂਦੇ ਵੀ ਸਾਡਾ ਸਮਾਨ ਵਿਕ ਗਿਆ, ਬਿਲਕੁਲ, ਤਾਂ ਦੂਜੇ ਪਾਸੇ ਖਰੀਦਣ ਵਾਲੇ ਵੀ ਇਹੀ ਆ। ਮੈਂ ਇੱਕ ਸੜਕ ਤੇ ਜਿਹੜੀ ਸਟਰੀਟ ਪਾਰਕਿੰਗ ਦੇ ਵਿੱਚ ਨਾ ਗੱਡੀਆਂ ਵੈਨਾਂ ਖੜੀਆਂ ਵੇਖੀਆਂ ਜੀ, ਉਹਨਾਂ ਦੇ ਉੱਤੇ ਸਟicker ਲਾਇਆ ਹੁੰਦਾ ਉਹਨਾਂ ਨੇ, ਇਹਦੇ ਵਿੱਚ ਟੂਲ ਨਹੀਂ ਹਨ, ਕਿਰਪਾ ਕਰਕੇ ਸ਼ੀਸ਼ਾ ਨਾ ਤੋੜੋ। ਦੇਖੋ, ਚੋਰ ਨੇ ਪੜ ਕੇ ਤਾਂ ਚੋਰੀ ਕਰਨੀ ਨਹੀਂ। ਬਿਲਕੁਲ, ਜਿਹਨੇ ਚੋਰੀ ਕਰਨੀ ਉਹਨੂੰ ਪਤਾ ਹੈ ਵੀ ਕਿੱਦਾਂ ਚੋਰੀ ਕਰਨੀ, ਉਹਨੇ ਕੋਈ ਸਾਈਨ ਨਹੀਂ ਪੜ੍ਹਨਾ ਆਇਆ, ਉਹ ਤਾਂ ਚੋਰੀ ਕਰਨਾ ਆਇਆ। ਬਿਲਕੁਲ, ਪਰ ਇਹ ਹਟਾ ਸਕਦੇ, ਖੁਦ ਹੀ ਹਟਾ ਸਕਦੇ ਆ, ਜੇ ਤੁਸੀਂ ਉਹਨਾਂ ਦੀਆਂ ਚੋਰੀ ਵਾਲੀਆਂ ਸਸਤੀਆਂ ਚੀਜ਼ਾਂ ਨਾ ਖਰੀਦੋਗੇ। ਜਿਹੜਾ ਆਰਾ $150 ਦਾ ਵਿਕਦਾ, ਚੋਰ ਤੁਹਾਨੂੰ 45 ਦਾ ਵੇਚ ਰਿਹਾ, ਤੇ ਉਹਦੇ 'ਚ ਕੋਈ ਗੜਬੜ ਤਾਂ ਹੈ। ਗੜਬੜ ਤਾਂ ਹੈਗੀ ਹੈ, ਬਿਲਕੁਲ ਜੀ। ਜਦੋਂ ਤੁਸੀਂ ਉਹ 45 ਦਾ ਲਾਓਗੇ, ਉਹ ਖਰਿਆ ਤੁਹਾਡੇ ਵਾਲਾ ਚੋਰੀ ਕੀਤਾ ਉਹੀ ਤੁਹਾਨੂੰ ਵੇਚ ਗਿਆ। ਹਾਂ, ਵੇਚ ਗਿਆ, ਬਿਲਕੁਲ ਬਿਲਕੁਲ। ਦਿੱਲੀ ਦੇ ਵਿੱਚ ਇਹ ਕਹਿੰਦੇ ਵੀ ਇੱਕ ਕਿਸੇ ਗੱਡੀ ਖੜੇ ਸੀਗੇ ਚੋਰ ਬਾਜ਼ਾਰ ਦੇ ਨੇੜੇ, ਤੇ ਉਹਦੇ ਟਾਇਰ ਲਾ ਕੇ ਲੈ ਗਿਆ ਕੋਈ ਇੱਕ ਸਾਈਡ ਦੇ, ਤੇ ਇੱਟਾਂ ਦੇ ਥੱਲੇ ਇੱਟਾਂ ਖੜੀਆਂ ਕਰ ਗਿਆ। ਉਹਨੇ ਵੇਖਿਆ, ਉਹਨੂੰ ਕਹਿੰਦੇ ਇੱਥੇ ਮਿਲ ਜਾਂਦੇ ਆ ਯਾਰ, ਤੈਨੂੰ ਚੋਰੀ ਦੇ ਇੱਥੇ ਦੇ ਦੇਣਗੇ, ਕਹਿੰਦਾ, ਤੇ ਸਸਤੇ ਮਿਲ ਜਾਣਗੇ, ਤੂੰ ਲੈ ਲਾ। ਉਹਨੇ ਉਹ ਬੰਦਾ ਮਿਲਾਤਾ, ਉਹ ਕਹਿੰਦਾ ਜੀ ਵੀ ਟਾਇਰ, ਉਹ ਕਹਿੰਦਾ ਵੀ ਦੇ ਦਾਂਗੇ ਜੀ, 1000 ਰੁਪਏ ਦੇ ਟਾਇਰ ਵਿਦ ਟਿਊਬ, ਸਭ ਕੁਛ ਹੈ ਰੈਡੀ। ਤੇ ਉਹ ਲਿਆ ਕੇ ਟਾਇਰ ਉਹਨੇ ਚੜਾ ਲਏ, ਤੇ ਵੇਖਿਆ ਤੇ ਦੂਜੇ ਪਾਸੇ ਦੇ ਹੈ ਨਹੀਂਗੇ, ਉਧਰ ਲਾ ਕੇ ਉਧਰ ਲਾ ਗਿਆ। ਦਿੱਲੀ ਜਾਮਾ ਮਸਜਿਦ ਦੇ ਨਾਲ ਨਾ ਜੀ, ਉੱਥੇ ਬਾਜ਼ਾਰ ਲੱਗਦਾ ਜੀ ਉਹ, ਬਿਲਕੁਲ। ਤੇ ਉੱਥੇ ਅਕਸਰ ਕਹਿੰਦੇ ਹੁੰਦੇ ਆ ਵੀ ਜੇ ਇਹਨਾਂ ਤੋਂ ਕੋਈ ਚੀਜ਼ ਹੈ ਨਹੀਂ ਨਾ, ਉਹਨਾਂ ਨੂੰ ਦੱਸ ਆਓ, ਉਹਨਾਂ ਨੂੰ ਇਹ ਕਹੋ ਵੀ ਮੈਨੂੰ ਟਾਇਰ ਚਾਹੀਦੇ ਜਾਂ ਆਹ ਚੀਜ਼ ਚਾਹੀਦੀ ਆ, ਵੀ ਫਲਾਨੀ ਜਗ੍ਹਾ ਤੇ ਇੱਥੇ ਇੱਕ ਐਸ ਗਲੀ ਦੇ ਵਿੱਚ ਇਹ ਕਾਰ ਖੜੀ ਆ, ਉਹ ਫਿਰ ਤੁਹਾਨੂੰ ਲਿਆ ਕੇ ਅਗਲੇ ਹਫਤੇ ਦੇ ਦਿੰਦੇ। ਸੋ ਡਾਕਟਰ ਸਾਹਿਬ, ਸਮਾਂ ਵੀ ਤਕਰੀਬਨ ਹੋ ਚੱਲਿਆ, ਅਸੀਂ ਆਖਰੀ ਖਬਰ ਤੁਹਾਡੇ ਤੋਂ ਲੈਣੇ ਆ ਕਿ ਨਾਰਵੇ ਦੇ ਵਿੱਚ 2040 ਤੱਕ ਉਹਨਾਂ ਨੇ ਕਿਹਾ ਵੀ ਜਿਹੜੀ ਛੋਟੀਆਂ ਉਡਾਨਾਂ, ਜਿਹੜੀਆਂ ਘੱਟ ਦੂਰੀ ਦੀਆਂ ਉਡਾਨਾਂ ਜਿਹੜੀਆਂ ਵੀ ਉਹ ਇਲੈਕਟ੍ਰਿਕ ਹੋਣੀਆਂ ਚਾਹੀਦੀਆਂ। ਨਾਰਵੇ ਵਾਲਿਆਂ ਨੇ ਵੈਸੇ ਕਰ ਲਿਆ, ਪਹਿਲਾਂ ਸਵੀਡਨ ਵਾਲਿਆਂ ਨੇ ਕੀਤਾ ਸੀ, ਹੁਣ ਨਾਰਵੇ ਚ ਵੀ ਹੋ ਗਿਆ, ਤੇ ਇਲੈਕਟ੍ਰਿਕ ਕਾਰਸ ਆ ਗਈਆਂ, ਤੇ ਹੁਣ ਇਹ ਸੋਲੂਸ਼ਨ ਲੈ ਲਿਆ ਉਹਨਾਂ ਨੇ ਕਿ ਹਵਾਈ ਜਹਾਜ਼ ਵੀ ਇਲੈਕਟ੍ਰਿਕ ਹੋਣੇ ਚਾਹੀਦੇ ਆ ਜੀ, ਕਿਉਂਕਿ ਸਾਡੇ ਲੀਡਰਸ ਦੀ ਵੀ ਇਹ ਨੁਕਤਾਚੀਨੀ ਹੁੰਦੀ ਆ। ਸਾਰੇ ਕਹਿੰਦੇ ਕਾਰਬਨ ਐਮਿਸ਼ਨ ਸਭ ਤੋਂ ਜ਼ਿਆਦਾ ਜਸਟਿਨ ਟਰੂਡੋ ਦੇ ਆ, ਕਿਉਂਕਿ ਪ੍ਰਾਈਵੇਟ ਜੈਟ ਹੈ ਇਹਨਾਂ ਦੇ ਕੋਲ, ਉਹਨੂੰ ਲੈ ਕੇ ਫਿਰਦੇ ਹੀ ਰਹਿੰਦੇ ਆ, ਕਦੇ ਕਿਤੇ ਚਲ ਗਏ, ਕਦੇ, ਤੇ ਸਭ ਤੋਂ ਵੱਧ ਮਾਈਲੇਜ ਇਹਨਾਂ ਦੇ ਪਲੇਨ ਦੀ ਹੁੰਦੀ ਆ, ਤੇ ਉਹ ਕੀ ਛੱਡਦਾ ਆ, ਕਾਰਬਨ ਹੀ ਛੱਡਦਾ, ਉਹ ਵੀ ਬਾਕੀ ਦੇ ਵੀ ਕਾਰਬਨ ਛੱਡਦੇ, ਉਹ ਵੀ ਕਾਰਬਨ, ਤੇ ਸਾਨੂੰ ਤਾਂ ਟੈਕਸ ਲਾਉਣ ਲੱਗੇ ਆ ਵੀ ਤੁਸੀਂ ਕਾਰਬਨ ਵਾਲੀਆਂ ਗੱਡੀਆਂ ਚਲਾਉਂਦੇ ਆ, ਬਿਲਕੁਲ, ਪਰ ਖੁਦ ਕਾਰਬਨ ਵਾਲੇ ਜਹਾਜ਼ ਚਲਾਉਂਦੇ ਆ, ਬਿਲਕੁਲ। ਪਰ ਅਜੇ ਤਾਈਂ ਨਾ ਤਾਂ ਬਣੀ ਆ, ਸ਼ਾਇਦ ਫਿਊਚਰ 'ਚ ਅਸੀਂ ਕੁਝ ਕਹਿ ਨਹੀਂ ਸਕਦੇ, ਸਾਇੰਸ ਜਦੋਂ ਤਰੱਕੀ ਕਰਦੀ ਹੈ। ਜੇ ਲੌਂਗ ਹਾਲ ਦੀ ਤੁਸੀਂ ਫਲਾਈਟ ਲੈਣੀ ਆ ਜੀ, ਤਾਂ ਕੋਈ ਵੀ ਬੈਟਰੀ ਇਦਾਂ ਦੀ ਨਹੀਂ ਜਿਹੜੀ ਉਹ ਤੁਹਾਨੂੰ ਇੱਥੋਂ ਲੰਡਨ ਵੀ ਲੈ ਜਾਵੇ ਜਾਂ ਇੱਥੋਂ ਟੋਰਾਂਟੋ ਲੈ ਜਾਵੇ। ਹਾਂਜੀ, ਹਾਂਜੀ। ਇਹ ਛੋਟੀਆਂ ਫਲਾਈਟਾਂ ਲਈ ਉਹਨਾਂ ਨੇ ਲਾਏ ਆ ਜੀ, ਜਿਹੜੀਆਂ ਬਿਲਕੁਲ ਹੀ ਘਰੇਲੂ, ਜਿਹੜੀਆਂ ਤੁਸੀਂ ਇੱਥੋਂ ਉੱਠੇ ਆ, ਹੋਪ ਚਲ ਗਏ ਆ, ਵੈਨਕੂਵਰੋਂ ਗਏ ਆ, ਵਿਕਟੋਰੀਆ ਚਲ ਗਏ ਆ, ਤੇ ਇਸ ਤਰ੍ਹਾਂ ਇਹ ਸ਼ੁਰੂਆਤ ਆ ਵੈਸੇ
ਜੀ। ਸ਼ਾਇਦ ਇਹ ਭਵਿੱਖ 'ਚ ਕੋਈ ਇਹੋ ਜਿਹੀ ਚੀਜ਼ ਆ ਹੀ ਜਾਵੇ, ਕੁਛ ਭਵਿੱਖ ਦੇ ਵਿੱਚ ਆਊਗੀ ਜ਼ਰੂਰ, ਜੇ ਜੀ। ਜੇ ਇਸ ਹਿਸਾਬ ਨਾਲ ਲੱਗੇ ਆ ਜੀ ਵੀ ਜੇ ਇੱਕ ਬੈਟਰੀ ਹੁਣ ਪਹਿਲਾਂ ਜਹਾਜ਼ ਹੁੰਦੇ ਸੀ, ਪਹਿਲਾਂ ਇੱਥੋਂ ਜਾਣਾ, ਪਹਿਲਾਂ ਤਾਂ ਬਹੁਤ ਹੀ ਛੋਟੀਆਂ ਫਲਾਈਟਾਂ ਭਰਦੇ ਹੁੰਦੇ ਸੀ ਜੀ ਤੁਹਾਨੂੰ 50s ਦੇ ਵਿੱਚ ਜਿਹੜੇ ਕੋਈ ਬੰਦੇ ਇੱਥੇ ਆਏ ਆ ਨਾ, ਉਹ ਤੁਹਾਨੂੰ ਦੱਸਣਗੇ ਵੀ ਅਸੀਂ ਇੰਡੀਆ ਤੋਂ ਉੜ ਕੇ ਤਾਂ ਇਰਾਕ ਪਹਿਲਾਂ ਆਏ, ਫਿਰ ਉਦੋਂ ਬਾਅਦ ਬਗਦਾਦ ਤੋਂ ਫਲਾਈਟ ਫੜੀ ਤੇ ਲੰਡਨ ਗਏ, ਲੰਡਨ ਤੋਂ ਫਿਰ ਟੋਰਾਂਟੋ ਆਏ, ਟੋਰਾਂਟੋ ਤੋਂ ਇੱਥੇ ਆਏ, ਮਤਲਬ ਜਿੱਦਾਂ ਟੁੱਟਵੀਆਂ ਬੱਸਾਂ ਫੜਦੇ ਹੁੰਦੇ ਬਿਲਕੁਲ। ਤੇ ਇਹ ਇਸ ਤਰ੍ਹਾਂ ਹੁਣ ਦੇਖ ਲਓ ਇੱਥੋਂ ਫਲਾਈਟ ਉੱਡਦੀ ਆ, ਦਿੱਲੀ ਚੱਲ ਜਾਂਦੀ ਹੈ, ਮਤਲਬ ਫਿਊਲ ਦੇ ਵਿੱਚ ਐਫੀਸ਼ੀਐਂਸੀ ਲਿਆਂਦੀ ਹੈ ਇਹਨਾਂ ਨੇ ਜੀ ਜੀ। ਤੇ ਇਹਦਾ ਹੁਣ ਅਲਟਰਨੇਟਿਵ ਲੱਭਦੇ ਆ, ਇਲੈਕਟ੍ਰਿਕ ਪਾਵਰ ਜੀ, ਤੇ ਉਹ ਇੱਕ ਦਿਨ ਸ਼ਾਇਦ ਆ ਜਾਊਗਾ, ਲੱਗਦਾ ਹੈ। ਬਿਲਕੁਲ। ਤੇ ਹੁਣ ਸਾਡਾ ਸਮਾਂ ਵੀ ਖਤਮ ਹੋ ਰਿਹਾ। ਬਿਲਕੁਲ ਜੀ। ਅੱਜ ਦਾ ਵਿਚਾਰ ਜਿਹੜਾ, ਅੱਜ ਦਾ ਵਿਚਾਰ, ਹਾਂ ਬਿਲਕੁਲ ਜੀ, ਅੱਜ ਦਾ ਵਿਚਾਰ ਡਾਕਟਰ ਸਾਹਿਬ, ਚਾਰ ਚੁਫੇਰੇ ਹਨੇਰੀਆਂ ਦਾ ਇੱਕ ਹਾਲਾ ਏ, ਚਾਰ ਚੁਫੇਰੇ ਹਨੇਰੀਆਂ ਦਾ ਇੱਕ ਹਾਲਾ ਏ, ਇੰਜ ਲੱਗੇ ਜੋ ਸੂਰਜ ਦਾ ਮੂੰਹ ਕਾਲਾ ਏ, ਸ਼ਹਿਰ ਦਿਆਂ ਲੋਕਾਂ ਦੇ ਚਾਲੇ ਦੱਸਦੇ ਨੇ, ਸ਼ਹਿਰ ਦਿਆਂ ਲੋਕਾਂ ਦੇ ਚਾਲੇ ਦੱਸਦੇ ਨੇ, ਮੁੜ ਜ਼ਖਮਾਂ ਦਾ ਮੇਲਾ ਲੱਗਣ ਵਾਲਾ ਏ, ਮੁੜ ਜ਼ਖਮਾਂ ਦਾ ਮੇਲਾ ਲੱਗਣ ਵਾਲਾ ਏ। ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਜੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ। ਮੈਨੂੰ ਬਲਦੇਵ ਸਿੰਘ ਭਾਮ ਨੂੰ ਵੀ ਦਿਓ ਇਜਾਜ਼ਤ। ਕੱਲ ਨੂੰ ਫਿਰ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਵਿੱਚ ਹੋਰ ਨਵੇਂ ਵਿਸ਼ੇ, ਹੋਰ ਨਵੀਆਂ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਸੋ ਤਦ ਤੱਕ ਲਈ ਦਿਓ ਇਜਾਜ਼ਤ। ਜਿਉਂਦੇ ਵਾਸਤੇ ਰਹੋ ਜੀ।